ਪਹਿਲਾਂ ਵਿਜੀਲੈਂਸ ਦੇ ਛਾਪੇ ਪੈਂਦੇ ਨੇ, ਹੁਣ ਅੱਜ ਸਵੇਰੇ ਸਵੇਰੇ ਈਡੀ ਉਹਨਾਂ ਦੇ ਘਰੇ ਪਹੁੰਚ ਜਾਂਦੀ। ਕਿਵੇਂ ਦੇਖਦੇ ਹੋ ਕਿ ਇੱਥੇ ਭਾਰਤ ਭੂਸ਼ਣ ਆਸ਼ੂ ਦੀ ਮੁਸੀਬਤਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ? ਜਦੋਂ ਕਿਤੇ ਕੋਈ ਚੋਣਾਂ ਦਾ ਬਿਗਲ ਵੱਜਦਾ ਜਾਂ ਕੋਈ ਮਤਲਬ ਗਵਰਨਮੈਂਟ ਮਹਿਸੂਸ ਕਰਦੀ ਹੈ ਕਿ ਇਹਨਾਂ ਤੋਂ ਸਾਨੂੰ ਬੈਨੀਫਿਟ ਹੋ ਸਕਦਾ ਅਗਰ ਇਹਨਾਂ ਨੂੰ ਅਸੀਂ ਬਦਨਾਮ ਕਰ ਦਈਏ, ਤਾਂ ਉਦੋਂ ਫਿਰ ਇਹੋ ਜਿਹੀਆਂ ਪ੍ਰਕਿਰਿਆ ਸ਼ੁਰੂ ਹੋ ਜਾਂਦੀਆਂ ਨੇ। ਇਹ ਸਾਰੇ ਪੋਲੀਟੀਕਲ ਸਟੰਟਸ ਨੇ। ਇਹਦੇ ਵਿੱਚ ਇਹ ਲੋਕ ਜਿਹੜੇ ਰਾਜਨੀਤਿਕ ਲੋਕ ਨੇ ਉਹ ਇਹਦਾ ਫਾਇਦਾ ਵੀ ਉਠਾਉਂਦੇ ਆ, ਰਾਦਰ ਕਈ ਵਾਰ ਉਹ ਸਿੰਪੈਥੀ ਗੇਨ ਕਰ ਜਾਂਦੇ ਆ ਕਿ ਜੀ ਦੇਖੋ ਜੀ ਜਾਣ-ਬੁੱਝ ਕੇ ਮੇਰੇ ਤੇ ਏਡਾਂ ਹੋ ਰਹੀਆਂ ਨੇ ਜੀ, ਮੈਨੂੰ ਫਸਾਇਆ ਜਾ ਰਿਹਾ ਹੈ। ਕਿਹੜੀ ਪਾਰਟੀ ਆਊਗੀ ਜਿਹੜੀ ਕਹਿੰਦੀ ਹੈ ਮੈਂ ਪੋਜ਼ਿਟਿਵ ਪੋਲਿਟਿਕਸ ਕਰ ਲਾਂਗਾ? ਕਿਉਂਕਿ ਅੱਜ ਜੇ ਕੇਂਦਰ 'ਚ ਸਰਕਾਰ ਇਹਨਾਂ ਦੀ ਹੈ, ਉਹ ਉਸ ਤਰੀਕੇ ਨਾਲ ਸਿਸਟਮ ਨੂੰ ਯੂਜ਼ ਕਰਦੀ ਹੈ, ਸੂਬੇ 'ਚ ਜਿੰਨੀ ਸਰਕਾਰ ਆਉਂਦੀ ਹੈ ਉਸ ਤਰੀਕੇ ਨਾਲ ਸਿਸਟਮ ਨੂੰ ਯੂਜ਼ ਕਰਦੀ ਹੈ। ਕੀ ਇੱਥੇ ਸਿਸਟਮ ਵਾਕਈ ਜਿਹੜਾ ਸਿਸਟਮ ਹੈ ਉਹ ਨਾ ਨਹੀਂ ਕਹਿ ਸਕਦਾ? ਸਾਡਾ ਜਿਹੜਾ ਸਿਸਟਮ ਹੈ ਨਾ ਸਰ, ਇਹ ਪੰਗੂ ਹੋ ਚੁੱਕਿਆ ਹੈ। ਇਹਨੂੰ ਮੈਂ ਕਹਾਂਗਾ ਕਿ ਇਹ ਲੰਗੜਾ ਹੋ ਚੁੱਕਿਆ ਹੈਗਾ। ਇਹਦੀਆਂ ਆਪਣੀਆਂ ਲੱਤਾਂ ਬਾਹਾਂ ਰਹੀਆਂ ਹੀ ਨਹੀਂ ਹੁਣ, ਕਿਉਂਕਿ ਸਾਡੇ ਲੋਕਾਂ ਨੇ ਆਪਣੇ ਜ਼ਮੀਰ ਹੀ ਵੇਚ ਦਿੱਤੇ ਕਿ ਸਾਡੀ ਜਿਹੜੀ ਮਾਨਸਿਕਤਾ ਹੈ ਉਹ ਤਾਂ ਸਾਡੀ ਰਹਿ ਗਈ ਫ੍ਰੀ ਬੀਜ ਤੇ। ਜੇ ਸਾਨੂੰ ਕੋਈ ਬਿਜਲੀ ਫ੍ਰੀ ਦੇ ਦੇਵੇ, ਕੋਈ ਰਾਸ਼ਨ ਫ੍ਰੀ ਦੇ ਦੇਵੇ, ਕੋਈ 1000 ਰੁਪਇਆ ਖਾਤੇ 'ਚ ਪਾਉਣ ਦੀ ਗੱਲ ਕਰ ਦੇਵੇ, ਕੋਈ 10 ਲੱਖ ਦੇਣ ਦੀ ਗੱਲ ਕਰ ਦੇਵੇ, ਤਾਂ ਅਸੀਂ ਉੱਥੇ ਆਪਣਾ ਜ਼ਮੀਰ ਵੇਚ ਦਿੰਦੇ ਹਾਂ ਔਰ 5 ਸਾਲ ਉਹਨਾਂ ਤੋਂ ਜੁੱਤੀਆਂ ਵੀ ਖਾਂਦੇ ਹਾਂ। ਤੁਸੀਂ ਕਿਹਾ ਵੀ ਸਿਸਟਮ ਪੰਗੂ ਹੋ ਚੁੱਕਿਆ ਹੈ, ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਸਿਸਟਮ ਪੰਗੂ ਨਹੀਂ, ਸ਼ਾਇਦ ਸਿਸਟਮ ਹੀ ਸ਼ਾਇਦ ਇੰਨਾ ਹਾਵੀ ਹੋ ਚੁੱਕਿਆ ਹੈ ਕਿ ਕੋਈ ਇਮਾਨਦਾਰ ਸਰਕਾਰ ਚਾਹ ਕੇ ਵੀ ਇਮਾਨਦਾਰੀ ਨਹੀਂ ਦਿਖਾ ਸਕਦੀ, ਕਿਉਂਕਿ ਬਲੈਕ ਸ਼ੀਪਸ ਹੈ, ਉਹਨਾਂ ਦੀ ਤਾਦਾਦ ਹੀ ਇੰਨੀ ਵੱਧ ਚੁੱਕੀ ਹੈ, ਆਪਸ ਦੇ ਵਿੱਚ ਹੀ ਸੈਟਿੰਗ ਇੰਨੀ ਹੋ ਚੁੱਕੀ ਹੈ। ਉਹ ਕਿਉਂ ਕਿਹਾ ਜਾਂਦਾ ਹੈ ਮਲਾਈਦਾਰ ਮਹਿਕਮਾ? ਡਾਕਟਰ ਸਾਹਿਬ, ਮਲਾਈਦਾਰ ਮਹਿਕਮੇ ਦਾ ਮਤਲਬ ਕੀ ਹੋਇਆ? ਅਗਰ ਮੈਂ ਐਸਐਸਪੀ ਹਾਂ ਜਾਂ ਮੈਂ ਇੱਕ ਐਸਐਚਓ ਹਾਂ, ਐਸਐਚਓ ਚਾਹੇ ਉਹ ਕਿਹੜੇ ਮਰਜ਼ੀ ਥਾਣੇ ਦਾ ਹੋਵੇ, ਕੰਮ ਤਾਂ ਉਹਨੇ ਉਹੀ ਕਰਨਾ ਹੈ ਨਾ, ਤਾਂ ਕਿਉਂ ਉਹਨੂੰ ਇਹ ਕਿਹਾ ਜਾਂਦਾ ਕਿ ਨਹੀਂ ਤੈਨੂੰ ਖੁੱਡੇ ਲੈਣ ਲਾ ਦਿੱਤਾ? ਇਹ ਦਲਾਲ ਪੁਣੇ ਦਾ ਜਿਹੜਾ ਕੰਮ ਹੈ ਇਹ ਅੱਜ ਸਿਖਰਾਂ ਤੇ ਹੈ ਔਰ ਹਰ ਮਹਿਕਮੇ ਦੇ ਵਿੱਚ ਦਲਾਲ ਜਿਹੜੇ ਨੇ ਉਹ ਆਪਣੇ ਕੰਮ ਕਰਾਉਂਦੇ ਆ, ਲੋਕਾਂ ਦੇ ਕੰਮ ਹੁੰਦੇ ਨਹੀਂ ਹੈ ਔਰ ਇਹ ਦਲਾਲੀ ਦੇ ਵਿੱਚ ਪਬਲਿਕ ਵੀ ਸਿਸਟਮ ਬਣ ਚੁੱਕੀ ਹੈਗੀ ਹੈ। ਐਲਵਿਸ਼ ਯਾਦਵ ਤੁਸੀਂ ਹੁਣੇ ਨਾਮ ਸੁਣਿਆ ਹੋਣਾ, ਮੈਂ ਪਹਿਲਾਂ ਨਹੀਂ ਜਾਣਦਾ ਸੀ, ਪਰ ਉਹ ਜਦੋਂ ਦਾ ਉਹ ਬਿਗ ਬੌਸ ਜਿੱਤਦਾ ਹੈ OTT ਪਲੇਟਫਾਰਮ ਵਾਲਾ, ਉਸ ਤੋਂ ਬਾਅਦ ਤੁਸੀਂ ਦੇਖੋ ਵੀ ਉਹ ਐਲਵਿਸ਼ ਯਾਦਵ ਨੂੰ ਗੁੜਗਾਉਂ ਦੇ ਵਿੱਚ ਇੱਕ ਰੈਲੀ ਕੀਤੀ ਜਾਂਦੀ ਹੈ, ਮਨੋਹਰ ਲਾਲ ਖੱਟਰ ਜੀ ਉੱਥੇ ਪਹੁੰਚਦੇ ਨੇ, ਦੋਨੋਂ ਸਟੇਜ ਸਾਂਝੀ ਕਰਦੇ ਨੇ। ਐਲਵਿਸ਼ ਯਾਦਵ ਉਹਨੂੰ ਹੁਣ ਕਿਹਾ ਜਾਂਦਾ ਕਿ ਉਹ ਸਿਆਸਤ 'ਚ ਆ ਸਕਦਾ ਹੈ, ਇੱਕ ਇਹ ਤਸਵੀਰ ਹੁੰਦੀ ਹੈ। ਤੁਸੀਂ ਦੇਖੋ ਵੀ ਕਿਵੇਂ ਬਣਵਾਇਆ ਜਾਂਦਾ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਵਿੱਚ ਤੁਸੀਂ ਦੇਖੋ ਬਘੇਸ਼ਵਰ ਧਾਮ ਵਾਲਾ ਉਹ 25 ਬਾਬਾ ਜੀ ਹੈਗੇ ਨੇ, ਉਹ ਪਰਚੀ ਬਣਾਉਂਦੇ ਨੇ, ਉਸ ਨੂੰ ਤੁਸੀਂ ਦੇਖੋ ਵੀ ਇੱਕ ਤਸਵੀਰ ਆਉਂਦੀ ਹੈ, ਮਨੋਜ ਤਿਵਾਰੀ ਜੀ ਉਹਨਾਂ ਦੇ ਡਰਾਈਵਰ ਬਣਦੇ ਨੇ ਤੇ ਉਹ ਜਾ ਰਹੇ ਹੁੰਦੇ ਨੇ, ਵੀ ਉਦੋਂ ਲੱਗਦਾ ਕਿ ਭਾਜਪਾ ਵਾਸਤੇ ਇਨਕਲਾਈਨਡ ਹੋ ਰਹੇ ਨੇ। ਨਾਲ ਦੀ ਨਾਲ ਹੀ ਫਿਰ ਅਸੀਂ ਕਮਲ ਨਾਥ ਜੀ ਨੂੰ ਵੀ ਉਹਨਾਂ ਦੇ ਸਟੇਜ ਦੇ ਉੱਥੇ ਉਹਨਾਂ ਦੇ ਉੱਥੇ ਦੇਖ ਲੈਂਦੇ ਹਾਂ। ਤਾਂ ਇਹ ਕਿਹੜੀ ਸਿਆਸਤ ਹੈ? ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਆਪਣਾ ਏਜੰਡਾ ਜਿਹੜਾ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਕੋਈ ਕਰਾਊਡ ਪੁਲਿੰਗ ਸੈਲੀਬ੍ਰਿਟੀ ਹੈ ਤੇ ਉਹ ਕਰਾਊਡ ਪੁਲਿੰਗ ਸੈਲੀਬ੍ਰਿਟੀ ਦੇ ਪਿੱਛੇ ਲੱਗ ਜਾਂਦੇ ਨੇ, ਉਹਦੇ ਨਾਲ ਆਪ ਹੀ ਜਾ ਕੇ ਚੈੱਕ ਹੋ ਜਾਂਦੇ ਨੇ। ਉਹ ਸ਼ੋਅ ਕਰਨ ਦੀ ਖਾਤਰ ਕਿ ਜੀ ਸਾਡਾ ਉਹਦੇ ਤੇ ਛਾਪਾ ਮਾਰ ਲੈਂਦੇ ਆ। ਜਿਵੇਂ ਤੁਸੀਂ ਦੱਸੀ ਇਹ ਗੱਲ ਕਿ ਖੱਟਰ ਸਾਹਿਬ ਉੱਤੇ ਪਹੁੰਚ ਗਏ, ਉਹ ਬੇਸ਼ੱਕ ਉਹ ਬੰਦਾ BJP ਮਾਈਂਡਡ ਨਾ ਵੀ ਹੋਵੇ ਅੰਦਰੋਂ, ਅਗਰ ਕੋਈ ਪੰਜਾਬ ਦੇ ਵਿੱਚ ਕੋਈ ਖਾਲਿਸਤਾਨ ਦਾ ਨਾਰਾ ਲਾਉਂਦਾ ਤੇ ਸੈਡੀਸ਼ਨ ਲੱਗ ਜਾਂਦੀ ਹੈ। ਹੁਣ ਜਦੋਂ ਇਹੋ ਜਿਹੇ ਬਾਬੇ ਉੱਥੇ ਹਿੰਦੂ ਤੱਤ ਦੀ ਗੱਲ ਕਰਕੇ ਉਹ ਧਮਕੀਆਂ ਦਿੰਦੇ ਨੇ ਮੁਸਲਮਾਨਾਂ ਨੂੰ ਜਾਂ ਕਿਸੇ ਹੋਰ ਕਮਿਊਨਿਟੀ ਨੂੰ, ਉਹਨਾਂ ਨੂੰ ਕੁਝ ਕਿਹਾ ਨਹੀਂ ਜਾਂਦਾ। ਉੱਥੇ ਈਵਨ ਜਿਹੜੇ ਲੀਡਰਸ ਨੇ ਉਹ ਉਹਨਾਂ ਦੀਆਂ ਕੁਛੜਾਂ 'ਚ ਬਹਿ ਜਾਂਦੇ ਨੇ, ਉਹਨਾਂ ਦਾ ਕੋਈ ਡਰਾਈਵਰ ਬਣ ਜਾਂਦਾ, ਕੋਈ ਕੁਛ ਕਰਦਾ ਹੈ। ਉਹ ਥੀਸ ਥਿੰਗਸ ਆਰ ਟੋਟਲੀ ਮਤਲਬ ਡਿਸਕ੍ਰਿਮੀਨੇਸ਼ਨ ਹੈ ਬਹੁਤ ਵੱਡੀ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿਉਣ ਦਾ ਵੇ। ਜੀ ਹਾਂ, ਪਹਿਲਾਂ ਵਿਜੀਲੈਂਸ ਤੇ ਹੁਣ ਈਡੀ। ਹੁਣ ਸਾਬਕਾ ਕੈਬਨਿਟ ਮੰਤਰੀ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਦੇ ਘਰ ਅੱਜ ਸਵੇਰੇ ਈਡੀ ਨੇ ਛਾਪਾ ਮਾਰਿਆ। ਹਾਲੇ ਤੱਕ ਛਾਪਾ ਚੱਲ ਰਿਹਾ, ਦੇਖਣਾ ਹੋਏਗਾ ਕੀ ਕੁਛ ਮਿਲਦਾ, ਕਿਉਂਕਿ ਅਨਾਜ ਢੋਆ ਢੁਆਈ ਦੇ ਘਪਲਾ ਜਿਹੜਾ ਹੋਇਆ ਸੀ ਉਸ ਦੇ ਤਹਿਤ ਇਹ ਸਾਰੀ ਕਾਰਵਾਈ ਹੋਈ ਹੈ। ਤੇ ਨਾਲ ਹੀ ਨਜ਼ਰ ਰਹੇਗੀ ਸਾਡੀ ਸੁਨੀਲ ਜਾਖੜ ਜੀ ਵਾਲੇ ਪਾਸੇ, ਕਿਉਂਕਿ ਗੁਰਦਾਸਪੁਰ ਦੀ ਸੀਟ ਤੋਂ ਜਦੋਂ ਇੱਧਰੋਂ ਸੰਨੀ ਦਿਓਲ ਜੀ ਹੱਥ ਖੜੇ ਕਰ ਦਿੰਦੇ ਨੇ ਕਿ ਸਿਆਸਤ ਤੋਂ ਤੋਬਾ ਤੇ ਹੁਣ ਮੈਂ ਦੁਬਾਰਾ ਚੋਣ ਨਹੀਂ ਲੜਨੀ, ਉਸ ਤੋਂ ਬਾਅਦ ਪ੍ਰਤਾਪ ਬਾਜਵਾ ਜੀ ਦਾ ਬਿਆਨ ਆਉਂਦਾ ਕਿ ਹੁਣ ਗੁਰਦਾਸਪੁਰ ਤੋਂ ਸੁਨੀਲ ਜਾਖੜ ਜੀ ਨੂੰ ਲੜਨਾ ਚਾਹੀਦਾ। ਪਰ ਅੱਜ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਜਾਖੜ ਜੀ ਕਹਿੰਦੇ ਕਿ ਕਾਂਗਰਸੀਆਂ ਨੂੰ ਸੁਪਨੇ ਵੀ ਮੇਰੇ ਆਉਂਦੇ ਨੇ। ਹੁਣ ਇਸੇ ਦੀ ਚਰਚਾ ਕਰਾਂਗੇ ਤੇ ਮੇਰੇ ਨਾਲ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਲਈ ਮੌਜੂਦ ਰਹਿਣਗੇ ਡਾਕਟਰ ਪਰਮਜੀਤ ਸਿੰਘ ਰਾਣੋ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ।
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹਾਂ ਡਾਕਟਰ ਸਾਹਿਬ, ਸ਼ੁਰੂਆਤ ਆਸ਼ੂ ਤੋਂ ਕਰਦੇ ਹਾਂ। ਪਹਿਲਾਂ ਵਿਜੀਲੈਂਸ ਦੇ ਛਾਪੇ ਪੈਂਦੇ ਨੇ, ਹੁਣ ਅੱਜ ਸਵੇਰੇ ਸਵੇਰੇ ਈਡੀ ਉਹਨਾਂ ਦੇ ਘਰੇ ਪਹੁੰਚ ਜਾਂਦੀ ਹੈ। ਉਹਨਾਂ ਦੇ ਘਰੇ ਹੀ ਨਹੀਂ, ਸਗੋਂ ਨਿਊ ਮੁੱਲਾਪੁਰ ਤੇ ਹੋਰ 16 ਥਾਵਾਂ ਤੇ ਛਾਪੇ ਪੈਂਦੇ ਨੇ। ਕਿਵੇਂ ਦੇਖਦੇ ਹੋ ਕਿ ਇੱਥੇ ਭਾਰਤ ਭੂਸ਼ਣ ਆਸ਼ੂ ਦੀ ਮੁਸੀਬਤਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ? ਦੇਖੋ ਸੁਰਿੰਦਰ ਜੀ, ਮੈਂ ਇੱਕ ਗੱਲ ਸਮਝਦਾ ਕਿ ਜਿਹੜੀ ਵੰਡਾਟਾ ਪੋਲਿਟਿਕਸ ਹੈ ਇਹਦੀ ਨਾ ਕੋਈ ਬਹੁਤੇ ਸਿਰ ਪੈਰ ਤਾਂ ਹੁੰਦੇ ਨਹੀਂ। ਆਪਾਂ ਦੇਖਦੇ ਹਾਂ ਕਿ ਲੀਡਰਾਂ ਦੇ ਉੱਪਰ ਈਡੀ ਦੇ ਛਾਪੇ, ਸੀਬੀਆਈ ਦੇ ਛਾਪੇ, ਵਿਜੀਲੈਂਸ ਦੇ ਛਾਪੇ, ਪਰ ਇਹ ਬਾਹਰ ਫੇਰ ਆ ਜਾਂਦੇ ਨੇ ਤੇ ਰਹਿੰਦੇ ਉਵੇਂ ਹੀ ਨੇ। ਬਸ ਜਦੋਂ ਕਿਤੇ ਕੋਈ ਚੋਣਾਂ ਦਾ ਬਿਗਲ ਵੱਜਦਾ ਜਾਂ ਕੋਈ ਮਤਲਬ ਗਵਰਨਮੈਂਟ ਮਹਿਸੂਸ ਕਰਦੀ ਹੈ ਕਿ ਇਹਨਾਂ ਤੋਂ ਸਾਨੂੰ ਬੈਨੀਫਿਟ ਹੋ ਸਕਦਾ ਅਗਰ ਇਹਨਾਂ ਨੂੰ ਅਸੀਂ ਬਦਨਾਮ ਕਰ ਲਈਏ, ਤਾਂ ਉਦੋਂ ਫਿਰ ਇਹੋ ਜਿਹੀਆਂ ਪ੍ਰਕਿਰਿਆ ਸ਼ੁਰੂ ਹੋ ਜਾਂਦੀਆਂ ਨੇ। ਤੇ ਮੈਂ ਸਮਝਦਾ ਕਿ ਸਰਕਾਰਾਂ ਨੂੰ ਜਾਂ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਨੱਥ ਪਾਣੀ ਚਾਹੀਦੀ ਹੈ, ਠੋਕ ਕੇ ਇਹਨਾਂ ਨੂੰ ਇੱਕ ਵਾਰੀ ਅੰਦਰ ਦਿਓ ਤਾਂ ਕਿ ਨਿਕਲਣੀ ਨਾ। ਜੇ ਕਿਸੇ ਬੰਦੇ ਨੇ ਕੋਈ ਕ੍ਰਾਈਮ ਕੀਤਾ ਉਹਨੂੰ ਤੁਸੀਂ ਜ਼ਖਮੀ ਕਰਕੇ ਬਾਹਰ ਛੱਡ ਦਿੰਦੇ ਹੋ, ਉਹ ਬਾਹਰ ਆ ਕੇ ਫਿਰ 100 ਤਰ੍ਹਾਂ ਦਾ ਬਕਵਾਸ ਕਰਦਾ ਹੈ, ਫਿਰ ਉਸ ਤੋਂ ਬਾਅਦ ਉਹਨੂੰ ਫਿਰ ਤੁਸੀਂ ਦੁਬਾਰਾ ਉਹਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰਦੇ ਹੋ। ਇਹ ਮਤਲਬ ਸ਼ੋਜ਼ ਕਿ ਤੁਹਾਡਾ ਆਪਣਾ ਕੋਈ ਸਿਰ ਪੈਰ ਹੈ ਹੀ ਨਹੀਂਗਾ। ਤੁਸੀਂ ਜਿਹੜੀਆਂ ਜਾਂਚਾਂ ਸ਼ੁਰੂ ਕਰਦੇ ਹੋ ਉਹ ਆਲਰੇਡੀ ਬੇਸਲੈਸ ਹੁੰਦੀਆਂ ਨੇ ਜਾਂ ਉਹ ਵੈਸੀ ਕਿਸੇ ਗੱਲੋਂ ਕਮਜ਼ੋਰ ਹੁੰਦੀਆਂ ਨੇ। ਸੋ ਮੈਂ ਤਾਂ ਇਹੀ ਕਹੂੰਗਾ ਕਿ ਇਹ ਸਾਰੇ ਪੋਲੀਟੀਕਲ ਸਟੰਟਸ ਨੇ। ਇਹਦੇ ਵਿੱਚ ਇਹ ਲੋਕ ਜਿਹੜੇ ਰਾਜਨੀਤਿਕ ਲੋਕ ਨੇ ਉਹ ਇਹਦਾ ਫਾਇਦਾ ਵੀ ਉਠਾਉਂਦੇ ਆ, ਰਾਦਰ ਕਈ ਵਾਰ ਉਹ ਸਿੰਪੈਥੀ ਗੇਨ ਕਰ ਜਾਂਦੇ ਆ ਕਿ ਜੀ ਦੇਖੋ ਜੀ ਜਾਣਬੁੱਝ ਕੇ ਮੇਰੇ ਤੇ ਏਡਾ ਹੋ ਰਹੀਆਂ ਨੇ ਜੀ, ਮੈਨੂੰ ਫਸਾਇਆ ਜਾ ਰਿਹਾ ਐਂਡ ਆਲ। ਹਾਂ, ਅਗਰ ਉਹ ਵਾਕਈ ਦੋਸ਼ੀ ਆ, ਮੈਂ ਉਹਨਾਂ ਦੇ ਹੱਕ 'ਚ ਨਹੀਂ ਹੈਗਾ ਕੋਈ ਵੀ। ਮੈਂ ਇਹ ਕਹਿਣਾ ਕਿ ਅਗਰ ਉਹ ਵਾਕਈ ਦੋਸ਼ੀ ਆ ਤਾਂ ਫਿਰ ਉਹਨੂੰ ਟੰਗ ਦਿਓ, ਫਿਰ ਤੁਸੀਂ ਉਹਨੂੰ ਬਾਹਰ ਕਿਉਂ ਕੱਢਦੇ ਹੋ? ਫਿਰ ਉਹਦੇ ਲਈ ਇੰਨਾ ਕੁ ਕੁਛ ਕਰੋ ਤਾਂ ਕਿ ਹੀ ਸ਼ੁੱਡ ਨਾਟ ਕਮ ਆਊਟ, ਹੀ ਸ਼ੁੱਡ ਬੀ ਗਿਵਨ। ਉਹਨੂੰ ਪ੍ਰੋਸੀਕਿਊਟ ਕਰੋ ਪ੍ਰੋਪਰ ਵੇ ਨਾਲ। ਤੁਹਾਡਾ ਪ੍ਰੋਸੀਕਿਊਸ਼ਨ ਸਿਸਟਮ ਹੋਣਾ ਚਾਹੀਦਾ ਕੋਈ ਪ੍ਰੋਪਰ, ਤੇ ਉਹ ਤੁਹਾਡਾ ਪ੍ਰੋਸੀਕਿਊਸ਼ਨ ਲਾਅ ਦਾ ਜਿਹੜਾ ਸਿਸਟਮ ਹੈ ਤੁਹਾਡਾ, ਉਹੀ ਤੁਹਾਡਾ ਸਹੀ ਨਹੀਂ ਹੈਗਾ ਸਰਕਾਰਾਂ ਦਾ, ਚਾਹੇ ਉਹ ਸੈਂਟਰ ਦੀ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ। ਮੈਂ ਤਾਂ ਇਹੀ ਇਹਨਾਂ ਬਾਰੇ ਕਮੈਂਟ ਕਰ ਸਕਦਾ ਜੀ। ਡਾਕਟਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਸਗੋਂ ਇਹੋ ਜਿਹੀ ਕਿਹੜੀ ਇਹ ਪੋਜ਼ਿਟਿਵ ਪੋਲਿਟਿਕਸ ਹੋਗੀ? ਕਿਹੜੀ ਪਾਰਟੀ ਆਊਗੀ ਜਿਹੜੀ ਕਹਿੰਦੀ ਹੈ ਮੈਂ ਪੋਜ਼ਿਟਿਵ ਪੋਲਿਟਿਕਸ ਕਰ ਲਾਂਗੀ? ਕਿਉਂਕਿ ਅੱਜ ਜੇ ਕੇਂਦਰ 'ਚ ਸਰਕਾਰ ਇਹਨਾਂ ਦੀ ਹੈ, ਉਹ ਉਸ ਤਰੀਕੇ ਨਾਲ ਸਿਸਟਮ ਨੂੰ ਯੂਜ਼ ਕਰਦੀ ਹੈ, ਸੂਬੇ 'ਚ ਜਿੰਦੀ ਸਰਕਾਰ ਆਉਂਦੀ ਹੈ ਉਸ ਤਰੀਕੇ ਨਾਲ ਸਿਸਟਮ ਨੂੰ ਯੂਜ਼ ਕਰਦੀ ਹੈ। ਕੀ ਇੱਥੇ ਸਿਸਟਮ ਵਾਕਈ ਜਿਹੜਾ ਸਿਸਟਮ ਹੈ ਉਹ ਨਾ ਨਹੀਂ ਕਹਿ ਸਕਦਾ? ਕਿ ਸਿਸਟਮ ਉਸ ਟਾਈਮ ਪਾਵਰ 'ਚ ਜਿਹੜੀ ਸਰਕਾਰ ਹੈ ਉਸ ਨੂੰ ਕਹਿ ਨਹੀਂ ਸਕਦਾ ਮੰਤਰੀ ਨੂੰ ਜਾਂ ਮੁੱਖ ਮੰਤਰੀ ਨੂੰ, ਨਹੀਂ ਜੀ ਇਹ ਗਲਤ ਕੰਮ ਨਹੀਂ ਹੋਣਾ, ਇਹ ਗਲਤ ਕੰਮ ਹੈ ਤਾਂ ਸੇ ਨੋ? ਜਿਹੜਾ ਕਿ ਆਪਾਂ ਅਕਸਰ ਦੇਖਦੇ, ਆਪਾਂ ਇਹ ਤਾਂ ਕਹਿੰਦੇ ਰਹਿੰਦੇ ਹਾਂ ਕਿ ਹਾਂ ਕੈਨੇਡਾ US ਚਲੇ ਗਏ, ਕੈਨੇਡਾ US ਚਲੇ ਗਏ, ਰੋਲਾ ਇਹਦਾ ਪਾ ਦਿੱਤਾ। ਪਰ ਇੱਥੇ ਪੋਜ਼ਿਟਿਵ ਪੋਲਿਟਿਕਸ ਨਹੀਂ ਹੋਣੀ ਚਾਹੀਦੀ? ਸਿਸਟਮ ਨੂੰ ਫ੍ਰੀ ਹੈਂਡ ਤਾਂ ਦਿਓ। ਇੱਥੇ ਸਰਕਾਰਾਂ ਨੇ ਸਿਸਟਮ ਨੂੰ ਹੀ ਜੇਬ 'ਚ ਰੱਖਿਆ ਹੋਇਆ। ਸਾਡਾ ਜਿਹੜਾ ਸਿਸਟਮ ਹੈ ਨਾ ਸਰ, ਇਹ ਪੰਗੂ ਹੋ ਚੁੱਕਿਆ ਹੈ। ਇਹਨੂੰ ਮੈਂ ਕਹੂੰਗਾ ਕਿ ਇਹ ਲੰਗੜਾ ਹੋ ਚੁੱਕਿਆ ਹੈਗਾ। ਇਹਦੀਆਂ ਆਪਣੀਆਂ ਲੱਤਾਂ ਬਾਹਾਂ ਰਹੀਆਂ ਹੀ ਨਹੀਂ ਹੁਣ, ਕਿਉਂਕਿ ਸਾਡੇ ਲੋਕਾਂ ਨੇ ਆਪਣੇ ਜ਼ਮੀਰ ਹੀ ਵੇਚਤੇ। ਜਦੋਂ ਅਸੀਂ ਸਰਕਾਰਾਂ ਬਣਾਉਣੇ ਆ, ਆਪਾਂ ਇੰਨਾ ਕੁ ਕਹਿ ਲਓ ਇੱਕ ਵਾਰੀ ਇੱਕ ਸਰਕਾਰ ਦੇ ਪਿੱਛੇ ਜਾਂ ਇੱਕ ਪਾਰਟੀ ਦੇ ਪਿੱਛੇ ਝੁਕ ਜਾਂਦੇ ਆ ਕਿ ਅਸੀਂ ਉਹਨੂੰ ਪੂਰੀ ਪਾਵਰ ਦੇ ਦਿੰਦੇ ਆ, ਔਰ ਉਹ ਪਾਵਰ ਦੇ ਵਿੱਚ ਆ ਕੇ ਆਪਣੀ ਮਨਮਰਜ਼ੀਆਂ ਕਰਦੀ ਆ। ਮੈਂ ਪਹਿਲਾਂ ਵੀ ਪਿਛਲੀ ਇੱਕ ਇੰਟਰਵਿਊ 'ਚ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਜਿਹੜੀ ਵੰਡਾਟਾ ਪੋਲਿਟਿਕਸ ਹੈ ਇਹ ਸਾਰੀ ਬਿਮਾਰੀ ਦੀ ਜੜ ਹੈ। ਪਹਿਲੀ ਗੱਲ, ਤੁਹਾਨੂੰ ਚਾਹੀਦਾ ਹੈ ਕਿ ਆਪਣੀ ਪਾਰਟੀ ਦਾ ਏਜੰਡਾ ਲਓ, ਆਪਣੀ ਪਾਰਟੀ ਦੀ ਗੱਲ ਕਰੋ। ਜਦੋਂ ਤੁਸੀਂ ਇੱਕ ਵਾਰੀ ਸਰਕਾਰ 'ਚ ਆ ਗਏ ਹੋ, ਤੁਹਾਡੀ ਸਰਕਾਰ ਬਣ ਗਈ ਹੈ, ਤੁਸੀਂ ਮੁੱਖ ਮੰਤਰੀ ਬਣ ਗਏ ਹੋ, ਜਾਂ ਤੁਸੀਂ ਕਹਿ ਲਓ ਵੀ ਸਰਕਾਰ ਤੁਹਾਡੀ ਸੈਂਟਰ 'ਚ ਆ ਗਈ ਜਾਂ ਸਟੇਟ 'ਚ ਆ ਗਈ, ਤੁਸੀਂ ਉਸ ਵਿਸ਼ੇ ਤੇ ਲੋਕਾਂ ਨੂੰ ਇੱਕ ਰੋਡ ਮੈਪ ਦਿਓ ਕਿ ਅਸੀਂ ਆਉਣ ਵਾਲੇ ਸਮੇਂ 'ਚ ਆਹ ਕਰਨਾ। ਜਿਹੜੇ ਪਿਛਲੇ ਕਰ ਗਏ ਨੇ ਉਹ ਤਾਂ ਪਾਸਟ ਹੈ। ਪਾਸਟ ਨੂੰ ਤਾਂ ਜਿੰਨੀ ਮਰਜ਼ੀ ਮਿੱਟੀ ਪੁੱਟੀ ਜਾਓ, ਉਹ ਪਾਸਟ ਨੂੰ ਮਿੱਟੀ ਪੱਟ ਕੇ ਤੁਸੀਂ ਸਵਾਦ ਲੈਂਦੇ ਹੋ, ਤੁਸੀਂ ਸ਼ੋਅ ਕਰਦੇ ਹੋ ਲੋਕਾਂ ਨੂੰ ਕਿ ਜੀ ਅਸੀਂ ਤਾਂ ਬਹੁਤ ਸੁੱਚੇ ਆ, ਜਿਹੜੇ ਪੁਰਾਣੇ ਸੀ ਉਹ ਬਹੁਤ ਲੁੱਚੇ ਸੀ, ਉਹਨਾਂ ਨੇ ਕਰਪਸ਼ਨ ਕੀਤੀ ਆ, ਅਸੀਂ ਉਹਨਾਂ ਨੂੰ ਨੰਗੇ ਕਰਤਾ ਜੀ, ਅਸੀਂ ਉਹਨਾਂ ਨੂੰ ਟੰਗਤਾ। ਉਹਨਾਂ ਦਾ ਹਸ਼ਰ ਕੀ ਹੋਇਆ? ਜਿਨ੍ਹਾਂ ਨੂੰ ਤੁਸੀਂ ਟੰਗਿਆ ਪਹਿਲਾਂ ਤਾਂ ਅੱਜ ਤੱਕ ਪਿਛਲਾ ਰਿਕਾਰਡ ਕੱਢ ਲਓ, 20-25 ਸਾਲਾਂ ਦਾ ਤੁਸੀਂ ਝਾਤ ਮਾਰ ਕੇ ਦੇਖ ਲਓ, ਕਿਸੇ ਵੀ ਲੀਡਰ ਨੂੰ ਕਨਵਿਕਸ਼ਨ ਹੋਈ ਹੈ? ਅਗਰ ਹੋਈ ਆ, ਥੋੜੇ ਬਹੁਤਿਆਂ ਨੂੰ ਹੋਈ ਆ, ਲੇਕਿਨ ਉਹਨਾਂ ਦੇ ਵਿੱਚ ਵੀ ਉਹ ਬਾਹਰ ਫਿਰਦੇ ਪਏ ਆ, ਉਸ ਤੋਂ ਬਾਅਦ ਬੇਲਾਂ ਹੋ ਗਈਆਂ, ਉਹਨਾਂ ਦੀਆਂ ਸਾਰਾ ਕੁਝ ਹੋ ਗਿਆ ਹੈਗਾ। ਸੋ ਸਿਸਟਮ ਨੂੰ ਮਜ਼ਬੂਤ ਕਰਨ ਲਈ ਸਾਡੇ ਜਿਹੜੇ ਲੋਕ ਨੇ, ਜਿਹਨੂੰ ਅਸੀਂ ਵੋਟ ਕਹਿੰਦੇ ਆ, ਵੋਟਰ ਕਹਿੰਦੇ ਆ, ਜਿਨ੍ਹਾਂ ਦੇ ਹੱਥ ਦੇ ਵਿੱਚ ਇੱਕ ਪਾਵਰ ਹੈ, ਉਹਨਾਂ ਨੂੰ ਇਸ ਸਿਸਟਮ ਨੂੰ ਦਰੁਸਤ ਕਰਨਾ ਪਏਗਾ। ਲੋਕ ਹੀ ਜਵਾਬ ਮੰਗਣ ਇਹਨਾਂ ਤੋਂ, ਲੀਡਰਾਂ ਤੋਂ, ਚਾਹੇ ਉਹ ਕੋਈ ਵੀ ਸਰਕਾਰ ਹੋਵੇ। ਜਦੋਂ ਸਰਕਾਰ ਆ ਗਈ ਤਾਂ ਉਹ ਸਰਕਾਰ ਜਵਾਬ ਦੇ ਇਹਨਾਂ ਗੱਲਾਂ ਦੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਅਲਟੀਮੇਟਲੀ ਸ਼ੋ ਇਹ ਕਰਦੀਆਂ ਨੇ ਕਿ ਦੇਰ ਇਜ਼ ਸਮਥਿੰਗ ਜਿਹੜੀ ਸਿਰਫ ਇੱਕ ਪੋਲੀਟੀਕਲ ਮੰਤਵ, ਆਪਣਾ ਵੈਸਟਡ ਇੰਟਰਸਟ ਲਾਗੂ ਕਰਨ ਦੀ ਖਾਤਰ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ। ਕਦੇ ਈਡੀ ਦੀ ਰੇਡ ਕਰਾਤੀ, ਕਦੇ ਵਿਜੀਲੈਂਸ ਦੀ ਕਰਾਤੀ, ਕਦੇ ਉਹਦਾ ਰਿਸ਼ਤੇਦਾਰ ਫੜ ਲਿਆ, ਕਦੇ ਉਹਦੇ
ਬਿਜ਼ਨਸ ਤੇ ਛਾਪੇ ਮਾਰ ਲਏ। ਇਹਦੇ ਨਾਲ ਇੱਕ ਉਹਨੂੰ ਕਹਿ ਸਕਦੇ ਵੀ ਸਕਰੂ ਕਰਨ ਦੀ ਗੱਲ ਹੋ ਜਾਂਦੀ ਹੈ, ਗਰਦਨ ਮਰੋੜਨ ਵਾਲੀ ਗੱਲ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਮੈਂ ਤਾਂ ਇਹਨਾਂ ਚੀਜ਼ਾਂ ਦੀ ਨਿੰਦਿਆ ਹੀ ਕਰਦਾ ਕਿ ਅਸੀਂ ਇਹ ਚੀਜ਼ਾਂ ਨੂੰ ਬੜੋਤਰੀ ਨਹੀਂ ਸਾਨੂੰ ਦੇਣੀ ਚਾਹੀਦੀ, ਨਾ ਹੀ ਇਹ 'ਚ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ। ਬਿਲਕੁਲ ਡਾਕਟਰ ਸਾਹਿਬ, ਪਰ ਇੱਕ ਚੀਜ਼ ਜ਼ਰੂਰ ਮੰਨਣ ਵਾਲੀ, ਤੁਸੀਂ ਦੇਖੋ ਵੀ ਤੁਸੀਂ ਕਿਹਾ ਵੀ ਅਗਰ ਆਪਾਂ ਹੁਣ ਲਾਲੂ ਪ੍ਰਸਾਦ ਯਾਦਵ ਦੀ ਗੱਲ ਕਰ ਲਈਏ, ਤੁਸੀਂ ਦੇਖੋ ਵੀ ਉਹ ਸਜ਼ਾ ਯਾਫਤਾ ਵੀ ਨੇ, ਆਰੋਪ ਵੀ ਤੈਅ ਕਰ ਦਿੱਤੇ, ਜੇਲ੍ਹ 'ਚ ਨੇ, ਪਰ ਸਰਕਾਰ 'ਚ ਹੈਗੀ, ਉਹਨਾਂ ਦਾ ਪਰਿਵਾਰ ਹੈ, ਸਰਕਾਰ ਉਹਨਾਂ ਦੀ ਹੈ। ਤੁਸੀਂ ਹਰਿਆਣੇ ਵਾਲੇ ਪਾਸੇ ਜੀ ਜ਼ਿਕਰ ਕਰ ਲਓ, ਅਜੇ ਚੌਟਾਲਾ ਜੀ, ਉਹ ਉਸ ਤਰੀਕੇ ਨੇ, JJP ਉਹਨਾਂ ਦਾ ਬੇਟਾ ਦੁਸ਼ਯੰਤ ਚੌਟਾਲਾ, ਉਹ ਸਰਕਾਰ ਦੇ ਵਿੱਚ ਹੈ। ਤਾਂ ਇੱਥੇ ਕਿਤੇ ਨਾ ਕਿਤੇ ਵੋਟਰ ਵੀ ਤਾਂ ਉਸੇ ਤਰੀਕੇ ਨਾਲ ਹੈ ਨਾ। ਆਪਾਂ ਮੈਸੇਜ ਕੀ ਦੇਤਾ, ਜਿੱਥੇ ਚਾਹੇ ਸਜ਼ਾ ਵੀ ਮਿਲ ਜੇ ਤਾਂ ਵੀ ਆਪਾਂ ਉੱਥੇ ਹੀ ਅੰਗੂਠਾ ਲਾ ਦਿੰਦੇ ਹਾਂ, ਆਪਾਂ ਸਾਰਾ ਕੁਝ ਉਹਨਾਂ ਨੂੰ ਜਿਤਾ ਕੇ ਫਿਰ ਉਹਨਾਂ ਦੇ ਹੱਥ ਸੱਤਾ ਦੇ ਦਿੰਦੇ ਹਾਂ। ਤਾਂ ਆਪਾਂ ਤਾਂ ਮੋਟੀਵੇਟ ਨਹੀਂ ਕਰਦਾ, ਵੋਟਰ ਤਾਂ ਮੋਟੀਵੇਟ ਕਰਦਾ। ਲੈ ਤੁਸੀਂ, ਤੁਹਾਡੇ ਤੇ ਆਰੋਪ ਵੀ ਤੈਅ ਹੋ ਗਏ, ਤੁਸੀਂ ਠੱਗੀਆਂ ਵੀ ਮਾਰ ਲੀਆਂ, ਆਪਦਾ ਖਜ਼ਾਨਾ ਵੀ ਭਰ ਲਿਆ, ਲਓ ਇੱਕ ਹੋਰ ਮੌਕਾ ਲੈ ਲਓ, ਇਹ ਵੀ ਜਿਹੜਾ ਬਚਿਆ ਖੁਚਿਆ ਉਹ ਵੀ ਤੁਸੀਂ ਲੈ ਲਓ। ਤੁਹਾਨੂੰ ਨਹੀਂ ਲੱਗਦਾ ਕਿ ਵੋਟਰ ਨੂੰ ਸੋਚਣਾ ਚਾਹੀਦਾ? ਸ਼ਾਇਦ ਲੱਗਦਾ ਇੱਥੇ ਵੋਟਰ ਦਾ ਵੀ ਜ਼ਮੀਰ, ਆਪਣੇ ਆਪ 'ਚ ਇੱਕ ਕਿਸਮ ਦਾ ਵੋਟਰ ਦਾ ਜ਼ਮੀਰ ਵੀ ਹੌਲੀ ਹੌਲੀ ਮਰ ਰਿਹਾ। ਮੈਂ ਉਹੀ ਸੁਰਿੰਦਰ ਜੀ ਗੱਲ ਕਹੀ ਹੈ ਕਿ ਜਿਹੜਾ ਸਾਡਾ ਵੋਟਰ ਹੈ ਨਾ, ਉਹ ਜਦ ਤੱਕ ਸਿਆਣਾ ਨਹੀਂ ਹੁੰਦਾ, ਜਦ ਤੱਕ ਇਸ ਗੱਲ ਨੂੰ ਸਮਝਦਾ ਨਹੀਂ, ਉਨੀ ਦੇਰ ਤੱਕ ਇਹ ਲੋਕ ਉਸ ਚੀਜ਼ ਦਾ ਫਾਇਦਾ ਉਠਾਉਂਦੇ ਰਹਿਣਗੇ। ਸਾਡੇ ਸਿਸਟਮ ਨੂੰ ਇਹਨਾਂ ਨੇ ਕਿਵੇਂ ਯੂਜ਼ ਕਰਨਾ, ਕਿਵੇਂ ਮਿਸਯੂਜ਼ ਕਰਨਾ, ਉਹ ਸਾਰੇ ਇਹਨਾਂ ਕੋਲ ਨੁਕਤੇ ਹੈਗੇ ਆ। ਸੋ ਜਿੰਨੀ ਦੇਰ ਤੱਕ ਸਾਡਾ ਆਪਣਾ ਵੋਟਰ, ਆਪਣਾ ਸਮਾਜ ਇਸ ਚੀਜ਼ ਨੂੰ ਸਮਝਦਾ ਨਹੀਂ ਹੈ ਕਿ ਅਸੀਂ ਜਿਹੜੇ ਲੋਕ ਦਾਗੀ ਨੇ, ਜਿਹੜੇ ਲੋਕਾਂ ਦੇ ਉੱਤੇ ਕਰਪਸ਼ਨ ਦੇ ਦਾਗ ਲੱਗ ਚੁੱਕੇ ਨੇ, ਅਸੀਂ ਉਹਨਾਂ ਨੂੰ ਕਿਵੇਂ ਪਿੱਛੇ ਹਟਾਉਣਾ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਕਾਰਾਂ ਕਿਸ ਤਰ੍ਹਾਂ ਬਦਲਣੀਆਂ ਨੇ, ਇਹ ਜਿਹੜੀ ਜਨ ਸ਼ਕਤੀ ਆ, ਜਨ ਸ਼ਕਤੀ ਨੂੰ ਹੀ ਉੱਠ ਕੇ ਇਹਦੇ ਬਾਰੇ ਅਵੇਅਰਨੈਸ ਉਹਨਾਂ ਦੇ ਵਿੱਚ ਆਉਣੀ ਜ਼ਰੂਰੀ ਹੈ। ਹੁਣ ਦੁੱਖ ਦੀ ਗੱਲ ਤਾਂ ਹੈ ਕਿ ਸਾਡੀ ਜਿਹੜੀ ਮਾਨਸਿਕਤਾ ਹੈ, ਉਹ ਤਾਂ ਸਾਡੀ ਰਹਿ ਗਈ ਫ੍ਰੀ ਬੀਜ਼ ਤੇ। ਜੇ ਸਾਨੂੰ ਕੋਈ ਬਿਜਲੀ ਫ੍ਰੀ ਦੇ ਦੇਵੇ, ਕੋਈ ਰਾਸ਼ਨ ਫ੍ਰੀ ਦੇ ਦੇਵੇ, ਕੋਈ 1000 ਰੁਪਇਆ ਖਾਤੇ 'ਚ ਪਾਉਣ ਦੀ ਗੱਲ ਕਰ ਦੇਵੇ, ਕੋਈ 10 ਲੱਖ ਦੇਣ ਦੀ ਗੱਲ ਕਰ ਦੇਵੇ, ਤਾਂ ਅਸੀਂ ਉੱਤੇ ਆਪਣਾ ਜ਼ਮੀਰ ਵੇਚ ਦਿੰਦੇ ਹਾਂ ਔਰ 5 ਸਾਲ ਉਹਨਾਂ ਤੋਂ ਜੁੱਤੀਆਂ ਵੀ ਖਾਂਦੇ ਹਾਂ। ਸਾਨੂੰ ਤਾਂ ਮੇਨ ਸੋਚਣਾ ਚਾਹੀਦਾ ਕਿ ਸਾਡਾ ਜਿਹੜਾ ਦੇਸ਼ ਹੈ ਜਾਂ ਸਾਡਾ ਜਿਹੜਾ ਸੂਬਾ ਹੈ, ਉਹ ਖੁਸ਼ਹਾਲ ਕਿਵੇਂ ਹੋਊਗਾ, ਉੱਥੇ ਲੋਕਾਂ ਨੂੰ ਨੌਕਰੀਆਂ ਕਿਵੇਂ ਮਿਲਣਗੀਆਂ। ਅਸੀਂ ਰਾਜ ਦੀ ਗੱਲ ਵੱਲ ਤੁਰ ਪੈਂਦੇ ਹਾਂ, ਅਸੀਂ ਪੰਜਾਬ ਦੀ ਗੱਲ ਭੁੱਲ ਜਾਂਦੇ ਹਾਂ, ਰਾਜ ਦੀ ਗੱਲ ਮੂਹਰੇ ਲਿਆਉਂਦੇ ਹਾਂ ਵੀ ਹਾਂ ਜੀ ਇਹਦਾ ਰਾਜ ਆ ਜਾਵੇ ਤਾਂ ਠੀਕ ਹੈ, ਮੇਰੀ ਬੜੀ ਚੱਲੂਗੀ, ਮੇਰੀ ਥਾਣਿਆਂ 'ਚ ਵੀ ਚੱਲੂਗੀ, ਮੇਰੀ ਫਲਾਨੀ ਜਗ੍ਹਾ ਵੀ ਚੱਲੂਗੀ, ਅਫਸਰ ਵੀ ਮੇਰੇ ਲੱਗਣਗੇ। ਉਹ ਜਿਹੜੀ ਚੀਜ਼ ਆਉਂਦੀ ਹੈ ਨਾ, ਉਹ ਚੀਜ਼ ਜਿਹੜੀ ਆ, ਉਹ ਮਤਲਬ ਇੱਕ ਬਹੁਤ ਵੱਡਾ ਫੈਕਟਰ ਬਣ ਜਾਂਦੀ ਆ, ਜਿਹਦੇ ਨਾਲ ਹਰ ਪਿੰਡ ਦੇ ਵਿੱਚ ਧੜੇਬੰਦੀ ਵੀ ਬਣ ਜਾਂਦੀ ਹੈ। ਇੱਕ ਬੰਦਾ ਪਿੰਡ ਦਾ ਸਰਪੰਚ ਹੈ, ਉਹ ਸੋਚਦਾ ਕਿ ਜੇ ਕਾਂਗਰਸ ਦੀ ਸਰਕਾਰ ਆ ਗਈ ਤਾਂ ਮੇਰੀ ਚੱਲੂਗੀ, ਤੇ ਲੋਕਾਂ ਨੂੰ ਉਹ ਅਲਿਓਰਮੈਂਟ ਜਿਹੜੀ ਹੈ ਨਾ, ਉਹ ਪਾਵਰ ਦੇ ਨਾਲ ਚਿਪਕਣ ਦੀ ਗੱਲ ਹੈ ਜਿਹੜੀ, ਉਹ ਅਲਿਓਰਮੈਂਟ ਦੇ ਬੇਸ ਤੇ ਹੀ ਉਹ ਵੋਟਾਂ ਲੈਂਦਾ ਹੈਗਾ। ਇਵੇਂ ਜਿਵੇਂ ਅਗਰ ਕੋਈ ਅਕਾਲੀ ਸਰਪੰਚ ਆ, ਜੇ ਉਹ ਕਹਿੰਦਾ ਕਿ ਕੱਲ ਨੂੰ ਅਕਾਲੀ ਸਰਕਾਰ ਆ ਗਈ ਤਾਂ ਮੇਰੀ ਚੱਲੂਗੀ, ਉਹ ਲੋਕੀ ਅਲਿਓਰਮੈਂਟ ਲਈ ਉਹਦੇ ਨਾਲ, ਕੰਮਾਂ ਦੇ ਲਾਲਚ ਨਾਲ, ਜਾਂ ਉਹ ਲਾਲਚਾਂ ਦੇ ਵਿੱਚ ਆਪਾਂ ਬੱਝੇ ਹੋਏ ਹਾਂ। ਜਦ ਤੱਕ ਅਸੀਂ ਉਹ ਲਾਲਚ ਨਹੀਂ ਛੱਡਦੇ, ਜਦ ਤੱਕ ਅਸੀਂ ਇਹ ਨਹੀਂ ਸੋਚਦੇ ਕਿ ਸਾਡੀ ਜਵਾਨੀ, ਸਾਡੀ ਕਿਸਾਨੀ, ਸਾਡੇ ਬੱਚੇ, ਸਾਡਾ ਭਵਿੱਖ, ਸਾਡੀ ਸਿਹਤ, ਸਾਡੀ ਐਜੂਕੇਸ਼ਨ, ਇਹ ਕਿਵੇਂ ਸੁਰੱਖਿਅਤ ਰਹੂਗੀ, ਕਿਵੇਂ ਸਾਡਾ ਮੁਲਕ ਦਾ ਜਿਹੜਾ ਬੁਨਿਆਦੀ ਢਾਂਚਾ, ਬੇਸ ਹੈ, ਉਹ ਬੇਸ ਕਿਵੇਂ ਸਟਰੋਂਗ ਰਹੇਗਾ, ਜਦ ਤੱਕ ਸਾਡੇ ਮਨ ਦੇ ਵਿੱਚ ਉਸ ਬਾਰੇ ਫਿਕਰ ਚਿੰਤਾ ਨਹੀਂ ਆਊਗੀ, ਤਦ ਤੱਕ ਇਹ ਲੋਕ ਸਾਨੂੰ ਲੁੱਟਣਗੇ ਵੀ, ਕੁੱਟਣਗੇ ਵੀ ਔਰ ਸਾਡੇ ਤੇ ਰਾਜ ਵੀ ਕਰਨਗੇ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹਦੇ 'ਚ ਤੁਹਾਡੀ ਗੱਲ ਬਿਲਕੁਲ 100% ਦਰੁਸਤ ਹੈ ਸੁਰਿੰਦਰ ਜੀ, ਕਿ ਜਦ ਤੱਕ ਵੋਟਰ ਅਵੇਅਰ ਨਹੀਂ ਹੁੰਦਾ, ਤਦ ਤੱਕ ਇਹ ਮਾਮਲੇ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਡਾਕਟਰ ਸਾਹਿਬ, ਤੁਸੀਂ ਕਿਹਾ ਵੀ ਸਿਸਟਮ ਪੰਗੂ ਹੋ ਚੁੱਕਿਆ ਹੈ, ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਸਿਸਟਮ ਪੰਗੂ ਨਹੀਂ, ਸ਼ਾਇਦ ਸਿਸਟਮ ਹੀ ਸ਼ਾਇਦ ਇੰਨਾ ਹਾਵੀ ਹੋ ਚੁੱਕਿਆ ਹੈ ਕਿ ਕੋਈ ਇਮਾਨਦਾਰ ਸਰਕਾਰ ਚਾਹ ਕੇ ਵੀ ਇਮਾਨਦਾਰੀ ਨਹੀਂ ਦਿਖਾ ਸਕਦੀ, ਕਿਉਂਕਿ ਬਲੈਕ ਸ਼ੀਪਸ ਹੈ, ਉਹਨਾਂ ਦੀ ਤਾਦਾਦ ਹੀ ਇੰਨੀ ਵੱਧ ਚੁੱਕੀ ਹੈ, ਆਪਸ ਦੇ ਵਿੱਚ ਹੀ ਸੈਟਿੰਗ ਇੰਨੀ ਹੋ ਚੁੱਕੀ ਹੈ, ਲਾਈਜ਼ਨਿੰਗ ਇੰਨੀ ਕਰ ਚੁੱਕੇ ਨੇ, ਲੋਬੀ ਐਡੀ ਵੱਡੀ ਬਣਾ ਚੁੱਕੇ ਨੇ, ਅੱਜ ਤੇਰੀ ਵਾਰੀ ਮੇਰੀ ਵਾਰੀ ਦੇ ਚੱਕਰ ਦੇ ਵਿੱਚ। ਉਹ ਕਿਉਂ ਕਿਹਾ ਜਾਂਦਾ ਹੈ ਮਲਾਈਦਾਰ ਮਹਿਕਮਾ? ਡਾਕਟਰ ਸਾਹਿਬ, ਮਲਾਈਦਾਰ ਮਹਿਕਮੇ ਦਾ ਮਤਲਬ ਕੀ ਹੋਇਆ? ਅਗਰ ਮੈਂ SSP ਹਾਂ ਜਾਂ ਮੈਂ ਇੱਕ SHO ਹਾਂ, SHO ਚਾਹੇ ਉਹ ਕਿਹੜੇ ਮਰਜ਼ੀ ਥਾਣੇ ਦਾ ਹੋਵੇ, ਕੰਮ ਤਾਂ ਉਹਨੇ ਉਹੀ ਕਰਨਾ ਹੈ ਨਾ, ਤਾਂ ਕਿਉਂ ਉਹਨੂੰ ਇਹ ਕਿਹਾ ਜਾਂਦਾ ਕਿ ਨਹੀਂ ਤੈਨੂੰ ਖੁੱਡੇ ਲੈਣ ਲਾ ਦਿੱਤਾ? ਇਹ ਖੁੱਡੇ ਲੈਣ, ਮਲਾਈਦਾਰ, ਇਹੋ ਜਿਹੀਆਂ ਜਿਹੜੀਆਂ ਆਪਾਂ ਟਰਮੋਲੋਜੀ ਯੂਜ਼ ਕਰਦੇ ਹਾਂ ਆਪਸ ਦੇ ਵਿੱਚ ਵੀ ਜਦੋਂ ਕਰਦੇ ਆ, ਨਹੀਂ ਉਹਨੂੰ ਫਲਾਣੇ ਨੂੰ ਖੁੱਡੇ ਦੇਣ ਲਾ ਦਿੱਤਾ, ਉਹ ਫਲਾਣੇ ਨੂੰ ਹੁਣ ਮਲਾਈਦਾਰ ਮਹਿਕਮਾ ਮਿਲ ਗਿਆ, ਉੱਥੇ ਜਾ ਕੇ ਫਿਰ ਉਹਨਾਂ ਨੂੰ ਉਹ ਸਵਾਗਤ ਵੀ ਬੁੱਕੇ ਉਸ ਤਰੀਕੇ ਨਾਲ ਕੀਤਾ ਜਾਂਦਾ, ਉਹ ਵੀ ਬੜਾ ਖੁਸ਼ ਹੁੰਦਾ, ਰਿਸ਼ਤੇਦਾਰੀ 'ਚ ਦੱਸਦਾ, ਕੰਮ ਉਹੀ ਹੈ, ਸਿਰਫ ਬਦਲੀ ਤਾਂ ਹੋਈ ਹੈ। ਤਾਂ ਆਪਾਂ ਪ੍ਰੋਜੈਕਟ ਕੀ ਕਰ ਰਹੇ, ਇਹਦਾ ਮਤਲਬ ਇਹੀ ਹੈ ਨਾ, ਇੱਕ ਉਹ ਸਿਸਟਮ ਨੇ ਸ਼ਾਇਦ ਇਹ ਪੋਲੀਟਿਕਸ ਨੂੰ ਹੀ ਪੰਗੂ ਬਣਾ ਦਿੱਤਾ ਕਿ ਇਹ ਚਾਹ ਕੇ ਵੀ ਇਮਾਨਦਾਰ ਨਹੀਂ ਕਰ ਸਕਦੇ, ਇਹਨਾਂ ਨੂੰ ਹੁੰਦਾ 5 ਸਾਲ ਟਪਾ ਲਈਏ, ਆਪਦਾ ਕੰਮ ਕਰੀਏ। ਪਰ ਉਹ ਜਿਹੜਾ ਅਧਿਕਾਰੀ ਹੁੰਦਾ ਨਾ, ਉਹਨੂੰ ਪਤਾ ਕਿ ਮੈਂ 58 ਸਾਲ 'ਚ ਰਿਟਾਇਰ ਹੋਣਾ, ਇਹ 5 ਸਾਲ ਵਾਸਤੇ ਹੀ ਹੈ, ਪਰ ਮੈਂ ਇਸ ਕੁਰਸੀ ਤੇ 58 ਸਾਲ ਤੱਕ ਆ ਜੀ। ਦੇਖੋ, ਤੁਸੀਂ ਸਿਸਟਮ ਪ੍ਰਸ਼ਾਸਨ ਨੂੰ ਮੰਨਦੇ ਹੋ, ਮੈਂ ਸਮਝਦਾ ਸੀਗਾ ਕਿ ਸਿਸਟਮ ਜਿਹੜਾ ਹੈ ਉਹ ਪਬਲਿਕ ਤੋਂ ਸ਼ੁਰੂ ਹੁੰਦਾ, ਤੇ ਪਬਲਿਕ ਇਜ਼ ਅ ਪਾਰਟ ਆਫ ਦੀ ਸਿਸਟਮ,
ਤੇ ਇਸ ਕਰਕੇ ਥੋੜੀ ਜੀ ਮੇਰੀ ਗੱਲ ਦਾ ਤੁਹਾਡੀ ਗੱਲ ਨਾਲੋਂ ਫਰਕ ਰਹਿ ਗਿਆ, ਅਦਰਵਾਈਜ਼ ਮੈਂ ਤੁਹਾਡੀ ਵਾਲੀ ਗੱਲ ਤੇ ਸੀਗਾ। ਸੋ ਜਿਹੜਾ ਮੈਂ ਸਿਸਟਮ ਕਹਿਣਾ ਚਾਹੁੰਦਾ ਉਹ ਹੈਗਾ ਪਬਲਿਕ ਸਾਡੇ ਵੋਟਰ। ਠੀਕ ਹੈ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਜਿਹੜਾ ਸਿਸਟਮ ਹੈ, ਪ੍ਰਸ਼ਾਸਨ ਹੈ, ਉੱਥੇ ਜਦ ਮਹਿਕਮਿਆਂ ਦੀ ਵੰਡ ਹੁੰਦੀ ਆ, ਜਾਂ ਜਿਸ ਤਰ੍ਹਾਂ ਮਲਾਈਦਾਰ ਦੀ ਗੱਲ ਕੀਤੀ ਆਪਾਂ, ਫੁੱਡੇ ਲੈਣ ਦੀ ਗੱਲ ਕੀਤੀ, ਐਗਜ਼ੈਕਟਲੀ ਕਰੈਕਟ, ਇਹ ਚੀਜ਼ਾਂ ਚੱਲਦੀਆਂ ਨੇ। ਪਰ ਉੱਥੇ ਜੇਕਰ ਸਾਡੀ ਪਬਲਿਕ ਅਵੇਅਰ ਹੋਵੇ ਇਸ ਗੱਲ ਤੇ ਨੈਚੁਰਲ ਆ ਪਬਲਿਕ ਉੱਥੇ ਉਹ ਮਲਾਈਦਾਰਾਂ ਨੂੰ ਰਿਸ਼ਵਤਾਂ ਨਾ ਦੇਵੇ ਔਰ ਉਸ ਚੀਜ਼ ਤੇ ਪਹਿਰਾ ਦੇਵੇ। ਔਰ ਅਗਰ ਉਹੇ ਜਿਹੇ ਸਿਸਟਮ ਨੂੰ ਅਸੀਂ ਖਤਮ ਕਰੀਏ ਤੇ ਉਹ ਸਿਸਟਮ ਜਿਹੜਾ ਅੱਜ ਦੀ ਡੇਟ ਵਿੱਚ ਸਾਡੀ ਪਬਲਿਕ ਨੂੰ ਵੀ ਅਪਾਹਿਜ ਬਣਾ ਚੁੱਕਿਆ ਹੈਗਾ। ਔਰ ਵਾਕਈ ਤੁਹਾਡੀ ਗੱਲ ਸਹੀ ਆ ਕਿ ਆਪਾਂ ਸਾਰੇ ਉਹਦਾ ਹਿੱਸਾ ਬਣ ਗਏ ਆ ਔਰ ਉਹ ਸਿਸਟਮ ਸਾਡੇ ਤੇ ਰਾਜ ਕਰ ਰਿਹਾ। ਉਹ ਸਿਸਟਮ ਦੀ ਜਿਹੜੀ ਨੈਕਸਸ ਆ ਉਹ ਲੇਜ਼ਨਿੰਗ, ਇੱਕ ਵਰਡ ਤੁਸੀਂ ਯੂਜ਼ ਕੀਤਾ ਬਹੁਤ ਸੋਹਣਾ, ਉਹ ਹੈਗੀ ਲੇਜ਼ਨਿੰਗ। ਲੇਜ਼ਨਿੰਗ ਦਾ ਮਤਲਬ ਹੁੰਦਾ ਦਲਾਲੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਦੂਸਰੇ ਨਾਲ ਵਿੱਚ ਪੈ ਕੇ ਮੀਡੀਏਸ਼ਨ ਕਰਨੀ। ਇਹ ਦਲਾਲ ਪੁਣੇ ਦਾ ਜਿਹੜਾ ਕੰਮ ਹੈ ਇਹ ਅੱਜ ਸਿਖਰਾਂ ਤੇ ਹੈ ਔਰ ਹਰ ਮਹਿਕਮੇ ਦੇ ਵਿੱਚ ਦਲਾਲ ਜਿਹੜੇ ਨੇ ਉਹ ਆਪਣੇ ਕੰਮ ਕਰਾਉਂਦੇ ਆ, ਲੋਕਾਂ ਦੇ ਕੰਮ ਹੁੰਦੇ ਨਹੀਂ ਹੈ। ਔਰ ਇਹ ਦਲਾਲੀ ਦੇ ਵਿੱਚ ਪਬਲਿਕ ਵੀ ਸਿਸਟਮ ਬਣ ਚੁੱਕੀ ਹੈਗੀ ਆ, ਜਿੱਥੇ ਪ੍ਰਸ਼ਾਸਨ ਦਲਾਲਾਂ ਨੂੰ ਐਂਟਰਟੇਨ ਕਰਦਾ। ਜਿਹਦੇ ਦਲਾਲ ਨੇ ਉਹਨਾਂ ਨੂੰ ਬੈਠਿਆਂ ਨੂੰ ਜਾਂਦੇ ਨੂੰ ਕੁਰਸੀਆਂ ਮਿਲਦੀਆਂ ਨੇ, ਚਾਹਾਂ ਮਿਲਦੀਆਂ ਨੇ, ਕੌਫੀਆਂ ਮਿਲਦੀਆਂ ਨੇ, ਨਾਸ਼ਤੇ ਮਿਲਦੇ ਆ, ਰੋਟੀਆਂ ਮਿਲਦੀਆਂ ਨੇ ਵੱਡੇ ਅਫਸਰਾਂ ਦੇ ਨਾਲ। ਉਹ ਜਿਹੜੇ ਦਲਾਲ ਨੇ ਜਦੋਂ ਪਬਲਿਕ 'ਚ ਜਾਂਦੇ ਨੇ, ਜਦ ਫੋਟੋਆਂ ਖਿੱਚ ਕੇ ਲੋਕੀ ਫੇਸਬੁੱਕਾਂ ਤੇ ਪਾਉਂਦੇ ਆ, ਉਹ ਦੱਸਣਾ ਚਾਹੁੰਦੇ ਹੁੰਦੇ ਆ ਲੋਕ ਦਲਾਲ ਜਿਹੜੇ ਨੇ ਕਿ ਮੇਰੀ ਇਹਨਾਂ ਨਾਲ ਸੈਟਿੰਗ ਹੋ ਚੁੱਕੀ ਆ। ਆਪੇ ਉਹਨਾਂ ਕੋਲ ਜਿਹੜੇ ਨੇ ਕੰਮ ਕਰਾਉਣ ਵਾਲੇ ਉਹਨਾਂ ਕੋਲ ਜਾਂਦੇ ਨੇ। ਸੋ ਯੂ ਆਰ ਰਾਈਟ, ਇਹ ਜਿਹੜਾ ਸਿਸਟਮ ਲੇਜ਼ਨਿੰਗ ਵਾਲਾ, ਇਹ ਲੇਜ਼ਨਿੰਗ ਸਿਸਟਮ ਇੱਕ ਨੈਕਸਸ ਬਣ ਚੁੱਕਿਆ ਹੈ ਐਡਮਿਨਿਸਟ੍ਰੇਸ਼ਨ ਐਂਡ ਬਿਟਵੀਨ ਦੀ ਪਬਲਿਕ, ਬਿਟਵੀਨ ਦੀ ਐਡਮਿਨਿਸਟ੍ਰੇਸ਼ਨ। ਔਰ ਇੱਕ ਜਿਹੜਾ ਨੈਕਸਸ ਜਿਹੜਾ ਇਹ ਤੋੜਨ ਦੀ ਲੋੜ ਆ। ਇਹਦੇ ਵਿੱਚ ਬਹੁਤ ਵੱਡੀਆਂ ਤਾਕਤਾਂ ਨੇ ਜਿਹੜੀਆਂ ਇਸ ਚੀਜ਼ ਨੂੰ ਪ੍ਰਮੋਟ ਕਰ ਰਹੀਆਂ ਨੇ, ਜਾਂ ਜਿਹੜੇ ਮਤਲਬ ਕਿ ਇਸ ਦੇ ਜ਼ਰੀਏ ਆਪਣੀਆਂ ਆਮਦਨ ਦੇ ਸੋਰਸਸ ਬਣਾ ਰਹੇ ਨੇ। ਔਰ ਜਿਵੇਂ ਤੁਸੀਂ ਕਿਹਾ ਸੀ ਗੱਲ ਕਿ ਥਾਣੇਦਾਰ ਨੂੰ ਬਲਾਈਦਾਰ ਮਹਿਕਮਾ ਲਾਤਾ, ਉੱਥੇ ਕਿਹਾ ਜਾਂਦਾ ਕਿ ਫਲਾਨਾ ਥਾਣੇਦਾਰ ਐਸਐਸਪੀ ਦਾ ਕਮਾਊ ਪੁੱਤ ਹੈ, ਫਲਾਨਾ ਐਸਐਸਪੀ ਡੀਜੀਪੀ ਦਾ ਕਮਾਊ ਪੁੱਤ ਹੈ। ਸੋ ਕਮਾਊ ਪੁੱਤ ਵਾਲੀ ਗੱਲ ਵੀ ਜਿਹੜੀ ਹੈ ਨਾ ਉਹ ਇਸੇ ਸਿਸਟਮ ਤੇ ਹੀ ਲਾਗੂ ਹੋਈ ਹੈ। ਬਿਲਕੁਲ ਡਾਕਟਰ ਸਾਹਿਬ, ਨਾਲੇ ਉਧਰ ਦੂਜੇ ਪਾਸੇ ਜੇ ਗੁਰਦਾਸਪੁਰ ਵਾਲੀ ਗੱਲ ਕਰੀਏ, ਜਦੋਂ ਦੇ ਸੰਨੀ ਦਿਓਲ ਜੀ ਨੇ ਹੱਥ ਖੜੇ ਕਰ ਦਿੱਤੇ ਤੇ ਕਹਿ ਦਿੱਤਾ ਕਿ ਹੁਣ ਮੈਂ ਚੋਣਾਂ ਨਹੀਂ ਲੜਨੀਆਂ, ਸਿਆਸਤ ਤੋਂ ਤੋਬਾ। ਇੱਥੇ ਹੁਣ ਗੁਰਦਾਸਪੁਰ ਵਾਲਿਆਂ ਦਾ ਕੀ ਕਸੂਰ? ਤੁਸੀਂ ਇੱਥੇ ਤੁਹਾਨੂੰ ਨਹੀਂ ਲੱਗਦਾ ਸੰਨੀ ਦਿਓਲ ਦੇ ਨਾਲ ਭਾਜਪਾ ਵੀ ਉਨੀ ਜ਼ਿੰਮੇਵਾਰ ਹੈ? ਜਵਾਬਦੇਹੀ ਭਾਜਪਾ ਨੂੰ ਵੀ ਦੇਣੀ ਚਾਹੀਦੀ ਹੈ, ਕਿਉਂਕਿ ਕੈਂਡੀਡੇਟ ਉਹਨਾਂ ਦਾ ਸੀ, ਕੋਈ ਆਜ਼ਾਦ ਤਾਂ ਨਹੀਂ ਖੜੇ ਹੋਏ ਸੀ। ਅੱਜ ਜਿਸ ਤਰੀਕੇ ਨਾਲ ਸਗੋਂ ਸੁਨੀਲ ਜਾਖੜ ਜੀ ਨੇ ਜੋ ਜ਼ਿਕਰ ਕੀਤਾ, ਕਹਿੰਦੇ ਕਾਂਗਰਸੀਆਂ ਨੂੰ ਤਾਂ ਸੁਪਨੇ 'ਚ ਵੀ ਸੁਨੀਲ ਜਾਖੜ ਆ ਰਿਹਾ ਹੋਊਗਾ, ਕਿਉਂਕਿ ਹੁਣ ਉਹ ਭਾਜਪਾ ਦੇ ਨੇ। ਤਾਂ ਉਹਨਾਂ ਨੂੰ ਸੁਪਨਿਆਂ 'ਚ ਮੈਨੂੰ ਲੱਗਦਾ ਕਿ ਜਦੋਂ ਜੇ ਕਾਂਗਰਸ 'ਚ ਹੁੰਦੇ ਤਾਂ ਉਦੋਂ ਵੀ ਸੁਨੀਲ ਜਾਖੜ ਜੀ ਦੀ ਉਮੀਦ ਇਹ ਹੁੰਦੀ ਹੋਣੀ ਹੈ ਕਿ ਜਿਹੜੇ ਕਾਂਗਰਸੀ ਵਰਕਰ ਨੇ ਉਹਨਾਂ ਨੂੰ ਸੁਪਨੇ 'ਚ ਮੈਂ ਆਵਾਂ, ਕਿਉਂਕਿ ਮੈਂ ਪ੍ਰਧਾਨ ਆ, ਮੇਰੀ ਉਸ ਤਰੀਕੇ ਨਾਲ ਚੱਲੇ ਜੀ। ਦੇਖੋ ਜੀ, ਕਈ ਸੂਬੇ ਐਸੇ ਕਈ ਸਾਡੇ ਨਾ ਹਲਕੇ ਐਸੇ ਆ ਪੰਜਾਬ ਦੇ ਵਿੱਚ, ਜਾਂ ਕਈ ਵਿਧਾਨ ਸਭਾ ਹਲਕੇ ਵੀ ਐਸੇ ਆ ਜਿਨ੍ਹਾਂ ਦਾ ਵਿਚਾਰੇ ਲੋਕਾਂ ਦਾ ਨਾ ਦੁਖਾਂਤ ਹੀ ਰਿਹਾ ਹੈ। ਉਹ ਹਮੇਸ਼ਾ ਇਹੋ ਜਿਹੇ ਲੋਕਾਂ ਨੂੰ ਚੁਣ ਲੈਂਦੇ ਨੇ ਔਰ ਮੌਕੇ ਤੇ ਉਹਨਾਂ ਦੇ ਉੱਪਰ ਇਹੋ ਜਿਹੇ ਲੋਕ ਪੈਰਾਸ਼ੂਟ ਰਾਹੀਂ ਪਾਰਟੀਆਂ ਉਤਾਰ ਦਿੰਦੀਆਂ ਨੇ ਕਿ ਉਹਨਾਂ ਕੋਲ ਕੋਈ ਚਾਰਾ ਨਹੀਂ ਰਹਿੰਦਾ ਤੇ ਉਹ ਉਹੋ ਜਿਹੇ ਵਿਅਕਤੀ ਨੂੰ, ਚਾਹੇ ਉਹ ਸੈਲੀਬ੍ਰਿਟੀ ਹੋਣ ਜਾਂ ਮਤਲਬ ਕਿ ਉਹ ਕਿਸੇ ਤਰ੍ਹਾਂ ਦੇ ਐਸੇ ਕਹਿ ਲਓ ਅਲਿਓਰਮੈਂਟਸ ਦੇ ਵਿੱਚ ਆ ਜਾਂਦੇ ਨੇ, ਇਹੋ ਜਿਹੇ ਬਹਾ ਦੇ ਵਿੱਚ ਲੋਕ ਭੋਲੇ ਹੁੰਦੇ ਆ, ਉਹ ਬਹਿ ਜਾਂਦੇ ਨੇ ਕਿ ਉਹ ਚੁਣ ਦਿੰਦੇ ਆ। ਉਹ ਇੱਕ ਨਾ ਇਮੇਜ ਹੁੰਦੀ ਆ ਕੈਂਡੀਡੇਟ ਦੀ। ਕਈ ਵਾਰ ਸਾਡੇ ਮਨਾਂ ਦੇ ਵਿੱਚ, ਜਿਵੇਂ ਹੁਣ ਵਿਨੋਦ ਖੰਨਾ ਜੀ ਸੀਗੇ, ਉਹ ਵੀ ਤਾਂ ਇੱਕ ਸੈਲੀਬ੍ਰਿਟੀ ਸਨ, ਉਹਨਾਂ ਨੂੰ ਵੀ ਚੁਣਿਆ ਗਿਆ। ਉਹਨਾਂ ਵੇਲੇ ਵੀ ਚਲੋ ਬੇਸ਼ੱਕ ਉਹਨਾਂ ਵੇਲੇ ਵਿਅਕਤੀਗਤ ਤੌਰ ਤੇ ਮੈਂ ਉਹਨਾਂ ਦੇ ਕੋਈ ਖਿਲਾਫਤ ਨਹੀਂ ਕਰਦਾ, ਪਰ ਮੈਂ ਕਹਾਂਗਾ ਕਿ ਉਹਨਾਂ ਨੇ ਵੀ ਚਲੋ ਕੰਮ ਅੱਛੇ ਕਰਾਏ ਇਲਾਕੇ ਦੇ ਵਿੱਚ, ਜਿੰਨਾ ਵੀ ਉਹ ਕਰਾ ਸਕਦੇ ਸੀ ਐਜ਼ ਏ ਮੈਂਬਰ ਪਾਰਲੀਮੈਂਟ। ਪਰ ਸਨੀ ਦਿਓਲ ਜੀ ਦੀ ਤਾਂ ਨੈਚੁਰਲ ਹੈ, ਤੁਸੀਂ ਸਾਰਿਆਂ ਨੇ ਦੇਖਿਆ ਕਿ ਉਹ ਤਾਂ ਹਲਕੇ ਦੇ ਵਿੱਚ ਆਏ ਵੀ ਨਹੀਂ। ਹਾਲਾਂਕਿ ਸਨੀ ਦਿਓਲ ਜੀ ਨੂੰ ਜਿਤਾਉਣ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਨੇ ਮਤਲਬ ਇਹੀ ਫੀਲ ਕੀਤਾ ਕਿ ਚਲੋ ਜਿਸ ਤਰ੍ਹਾਂ ਵਿਨੋਦ ਖੰਨਾ ਜੀ ਸੈਲੀਬ੍ਰਿਟੀ ਸਨ, ਉਸੇ ਤਰ੍ਹਾਂ ਇੱਕ ਪੈਰਲਲ ਸੈਲੀਬ੍ਰਿਟੀ ਨੂੰ ਇਹਨਾਂ ਨੇ ਚੁਣ ਦਿੱਤਾ। ਪਰ ਅੱਜ ਜਿਹੜੀ ਲੋੜ ਆ ਸਮੇਂ ਦੀ ਉਹ ਇਹੀ ਹੈ ਕਿ ਤੁਸੀਂ ਬੰਦਾ ਉਹ ਚੁਣੋ ਜਿਹੜਾ ਤੁਹਾਡੇ ਹਲਕੇ ਦਾ ਕੰਮ ਕਰ ਸਕੇ, ਜਿਹੜਾ ਪੈਰਾਸ਼ੂਟ ਨਾਲ ਨਾ ਉਤਰੇ, ਜਿਹੜਾ ਤੁਹਾਡੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸਮਝ ਸਕਦਾ ਹੋਵੇ ਔਰ ਤੁਹਾਡੇ ਵਿੱਚੋਂ ਹੋਵੇ। ਸੋ ਇਹ ਸਾਡੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਕਰਕੇ ਅਸੀਂ ਇਹ ਖਮਿਆਜੇ ਭੁਗਤਦੇ ਹਾਂ। ਅੱਜ ਸਨੀ ਦਿਓਲ ਜੀ ਹਲਕੇ ਦੇ ਵਿੱਚ ਚੋਣ ਨਹੀਂ ਲੜਨਾ ਚਾਹੁੰਦੇ, ਉਹ ਉਹਨਾਂ ਦੀ ਆਪਣੀ ਪਰਸਨਲ ਵੀ ਹੈ। ਬਾਕੀ ਵੈਸੇ ਵੀ ਹਾਲਾਤ ਜੋ ਐਸੇ ਨੇ ਕਿ ਜਦੋਂ ਹਲਕੇ ਦੇ ਵਿੱਚ ਆਏ ਨਹੀਂ ਤਾਂ ਪਬਲਿਕ ਦੇ ਵਿੱਚ ਉਹਨਾਂ ਦੀ ਪਕੜ ਜਿਹੜੀ ਆ ਆਬਵੀਅਸ ਹੈ ਕਿ ਉਹ ਉਨੀ ਬਣ ਨਹੀਂ ਪਾਏਗੀ ਜਿੰਨੀ ਉਹਨਾਂ ਦੀ ਹੋਣੀ ਚਾਹੀਦੀ ਹੈ।
ਅੱਜ ਜੇ ਉਹ ਪਿੱਛੇ ਹਟ ਗਏ ਨੇ ਉਸ ਗੱਲ ਤੋਂ ਤਾਂ ਨੈਚੁਰਲ ਆ। ਜਾਖੜ ਸਾਹਿਬ ਅੱਜ MP ਗੁਰਦਾਸਪੁਰ ਤੋਂ ਹੀ MP ਰਹੇ ਨੇ ਉਹ, ਔਰ ਬਾਈ ਇਲੈਕਸ਼ਨ ਜਿੱਤੇ ਸਨ। ਤੇ ਲੇਕਿਨ ਜਿੱਥੋਂ ਤੱਕ ਕਾਂਗਰਸੀਆਂ ਦੀ ਗੱਲ ਹੈ ਕਿ ਕਾਂਗਰਸੀਆਂ ਨੇ ਉਹਨਾਂ ਨੂੰ ਜੋ ਗੱਲਾਂ ਕਹੀਆਂ, ਮੈਂ ਉੱਥੇ ਕਾਂਗਰਸੀਆਂ ਬਾਰੇ ਵੀ ਮਤਲਬ ਭਲੀ ਭਾਂਤ ਜਾਣਦਾ। 19 ਸਾਲ ਮੈਂ ਵੀ ਕਾਂਗਰਸ ਦੇ ਬਹੁਤ ਸੇਵਾ ਕੀਤੀ ਹੈ, ਕੈਪਟਨ ਸਾਹਿਬ ਜਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਰਹੇ ਸੀ ਪਹਿਲੀ ਟਰਮ ਦੇ ਵਿੱਚੋਂ। ਪਰ ਲੇਕਿਨ ਅਸੀਂ ਵੀ ਦੇਖਿਆ ਕਿ ਜਿਹੜੀ ਪਿਛਲੀ ਚੋਣਾਂ ਸੀ ਇਹਨਾਂ ਦੀ, ਉੱਥੇ AICC ਦੇ ਜਿਹੜੇ ਇਹਨਾਂ ਦੇ ਪੰਜਾਬ ਦੇ ਇੰਚਾਰਜ ਸੀ ਹਰੀਸ਼ ਚੌਧਰੀ ਸਾਹਿਬ, ਉਹ ਆਪਣੇ ਨਾਲ ਰਾਜਸਥਾਨ ਚੋਂ ਇੱਕ ਟੀਮ ਲੈ ਕੇ ਆਏ ਸੀ, ਮਾਨ ਸਿੰਘ ਰਠੌੜ, ਗੁਰਜਿੰਦਰ ਸਿੰਘ, ਲਕਸ਼ਮਣ ਗੁਦਾਰਾ ਵਗੈਰਾ। ਉਹ ਸਾਰੀਆਂ ਟੀਮਾਂ ਦਾ ਕੰਮ ਕੀ ਸੀ? ਲੋਕਾਂ ਤੋਂ ਟਿਕਟਾਂ ਦੀ ਖਾਤਰ ਪੈਸੇ ਲੈਣੇ। ਹੁਣ ਜਦ ਤੁਸੀਂ ਇਹੋ ਜਿਹੇ ਕੰਮ ਕਰਦੇ ਹੋ ਇੱਥੇ ਆ ਕੇ, ਤੇ ਤੁਸੀਂ ਦੂਸਰਿਆਂ ਨੂੰ ਕੀ ਕਹਿੰਦੇ ਹੋ? ਬੇਸ਼ੱਕ ਗੁਰਦਾਸਪੁਰ ਤੋਂ ਜਾਖੜ ਸਾਹਿਬ ਲੜ ਲੈਣ, ਚਾਹੇ ਪਾਰਟੀ ਉਹਨਾਂ ਦੀ ਕਿਸੇ ਵੀ ਕੈਂਡੀਡੇਟ ਨੂੰ ਲਾ ਦੇਵੇ, ਇਹ ਤਾਂ ਲੋਕਾਂ ਨੇ ਦੇਖਣਾ ਕਿ ਕਿਹਨੂੰ ਜਿਤਾਉਣਾ। ਜੇ ਲੋਕ ਸੈਂਟਰ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋਣਗੇ ਤਾਂ ਆਬਵੀਅਸ ਹੈ ਕਿ ਉਹ BJP ਨੂੰ ਜਿਤਾਉਣਗੇ। ਜੇ ਉਹ ਨਹੀਂ ਖੁਸ਼ ਹੋਣਗੇ ਤਾਂ ਜਿਹੜੀ ਪਾਰਟੀ ਜਾਂ ਜਿਹੜੀ ਸਰਕਾਰ ਤੋਂ ਖੁਸ਼ ਨੇ ਲੋਕ ਜਿਹੜੇ ਨੇ, ਉਹਦਾ ਫੈਸਲਾ ਲੋਕਾਂ ਨਹੀਂ ਕਰਦੇ ਨੇ, ਤਾਂ ਵੋਟਰਸ ਦੇ ਹੱਥ ਹੈ। ਇਹਦੇ 'ਚ ਕੋਈ ਪਾਰਟੀ ਜਾਂ ਕਿਸੇ ਲੀਡਰ ਦਾ ਕੋਈ ਰੋਲ ਨਹੀਂ ਹੈ। ਹਾਂ, ਜਾਖੜ ਸਾਹਿਬ ਦੀ ਗੱਲ ਇੱਕ ਦਰੁਸਤ ਹੈ ਕਿ ਪਾਰਟੀ ਨੇ ਡਿਸਾਈਡ ਕਰਨਾ ਕਿ ਕੌਣ ਕੈਂਡੀਡੇਟ ਲੱਗੇਗਾ। ਹਾਂ, ਜਾਖੜ ਸਾਹਿਬ ਜਦੋਂ ਕਾਂਗਰਸ ਦੇ ਵਿੱਚ ਸਨ ਤੇ ਕਾਂਗਰਸ ਪਾਰਟੀ ਨੇ ਜੋ ਕੈਪਟਨ ਅਮਰਿੰਦਰ ਸਿੰਘ ਜੀ ਦਾ ਹਸ਼ਰ ਕੀਤਾ ਲਾਸਟ ਮੂਮੈਂਟ ਤੇ, ਨਵਜੋਤ ਸਿੰਘ ਸਿੱਧੂ ਜੀ ਦੇ ਉਹਨਾਂ ਵੱਲੋਂ ਜੋ ਕੁਝ ਵੀ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਹੈ, ਔਰ ਇੱਕ ਸੈਲਫ ਰਿਸਪੈਕਟ ਹੁੰਦੀ ਹੈ। ਜੇ ਅਸੀਂ ਕਹੀਏ ਕਿ ਉਹ ਸੈਲਫ ਰਿਸਪੈਕਟ ਨੂੰ ਮੇਨਟੇਨ ਕਰਨ ਵਾਸਤੇ BJP 'ਚ ਜਾਖੜ ਸਾਹਿਬ ਚਲੇ ਗਏ ਤਾਂ ਇਹਦੇ 'ਚ ਕੀ ਬੁਰਾਈ ਹੈ? ਹੋਰ ਵੀ ਤਾਂ ਲੋਕ ਜਿਹੜੇ ਨੇ ਉਹ BJP 'ਚ ਗਏ ਨੇ, ਤੇ ਜਾਖੜ ਸਾਹਿਬ ਤਾਂ ਇੱਕ ਬਹੁਤ ਵਧੀਆ ਲੀਡਰ ਨੇ ਔਰ ਉਹ ਹਿੰਦੂ ਫੇਸ ਨੇ, ਐਸੀ ਕੋਈ ਗੱਲ ਨਹੀਂ ਹੈ। ਉਹਨਾਂ ਦੀ ਬੇਦਾਗ ਛਵੀ ਹੈ, ਔਰ ਉਹ ਆਪਣੇ ਏਰੀਏ ਦੇ ਵਿੱਚ ਵੀ ਜਿੰਨੀ ਵਾਰ ਵੀ ਉਹ MLA ਬਣੇ ਨੇ, ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ। ਕੋਈ ਉਹਨਾਂ ਨੂੰ ਇਹ ਨਹੀਂ ਕਹਿ ਸਕਦਾ ਜਾਖੜ ਸਾਹਿਬ ਨੂੰ ਕਿ ਉਹਨਾਂ ਨੇ ਮਤਲਬ ਕਿ ਕਹਿ ਲਓ ਕੋਈ ਨਿੱਜੀ ਮਫਾਦ ਜਾਂ ਹਿੱਤਾਂ ਵਾਸਤੇ ਕੋਈ ਕੰਮ ਕੀਤਾ। ਉਹਨਾਂ ਨੇ ਪਾਰਟੀ, ਕਾਂਗਰਸ ਪਾਰਟੀ ਨੂੰ ਬਹੁਤ ਸਟਰੋਂਗ ਕੀਤਾ ਪੰਜਾਬ ਦੇ ਵਿੱਚ। ਅੱਜ ਉਹ BJP 'ਚ ਨੇ, ਅੱਜ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਸੋ ਇਹ ਤਾਂ ਸਮਾਂ ਹੀ ਦੱਸੇਗਾ, ਆਉਣ ਵਾਲਾ ਸਮਾਂ, ਕਿ ਕਿਹਨੂੰ ਪਾਰਟੀ ਲਾਉਂਦੀ ਹੈ ਤੇ ਕਿਹੜਾ ਕੈਂਡੀਡੇਟ ਜਿਹੜਾ ਹੈਗਾ ਗੁਰਦਾਸਪੁਰ ਤੋਂ ਜਿੱਤਦਾ, ਔਰ ਗੁਰਦਾਸਪੁਰ ਦੇ ਲੋਕ ਕਿਹਨੂੰ ਨਕਾਰਦੇ ਨੇ ਤੇ ਕਿਹਨੂੰ ਸਵਾਰਦੇ ਨੇ, ਕਿਹਨੂੰ ਐਕਸੈਪਟ ਕਰਦੇ ਨੇ। ਇਹ ਲੋਕਾਂ ਦੇ ਮਨਾਂ ਦੀ ਗੱਲ ਹੈ, ਇਹਦੇ ਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਜਾ ਸਕਦੀ। ਇਮੈਚੁਰ ਹੋਏਗੀ ਅਗਰ ਕੋਈ ਮੈਂ ਟਿੱਪਣੀ ਕਰਦਾ, ਪਰ ਹਾਂ ਲੋਕ ਬਹੁਤ ਸਿਆਣੇ ਨੇ, ਲੋਕ ਸਮਝਦੇ ਆ ਇਸ ਗੱਲ ਨੂੰ, ਐਸੀ ਕੋਈ ਗੱਲ ਨਹੀਂ ਹੈ। ਸੋ ਗੁਰਦਾਸਪੁਰ ਏਰੀਏ ਦੇ ਜਿਹੜੇ ਲੋਕ ਨੇ ਉਹ ਤਾਂ ਵੈਸੇ ਹੀ ਬੜੇ ਇੰਟੈਲੀਜੈਂਟ ਨੇ, ਬਾਰਡਰ ਏਰੀਆ ਦੇ ਲੋਕ ਨੇ, ਉਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਏਰੀਏ ਦੀ ਨੁਮਾਇੰਦਗੀ ਜਿਹੜੀ ਹੈ ਸੈਂਟਰ ਸਰਕਾਰ 'ਚ ਭੇਜਣੀ ਹੈ। ਬਿਲਕੁਲ। ਪਰ ਡਾਕਟਰ ਸਾਹਿਬ ਇੱਕ ਚੀਜ਼ ਤੁਸੀਂ ਦੇਖੋ ਵੀ ਕਦੀ ਪ੍ਰਤਾਪ ਸਿੰਘ ਬਾਜਵਾ ਤੇ ਜਾਖੜ ਜੀ ਇਕੱਠੇ ਹੁੰਦੇ ਸੀ ਇੱਕੋ ਟੇਬਲ, ਪ੍ਰੈਸ ਕਾਨਫਰੰਸਾਂ ਦੇ ਵੀ ਬੜੀਆਂ ਇਕੱਠੀਆਂ ਕੀਤੀਆਂ, ਇਕੱਠੇ ਲੜਦੇ ਸੀਗੇ, ਤੇ ਉਦੋਂ ਇੱਕ ਉਹ ਇਮੇਜ ਤੇ ਇੱਕ ਅੱਜ ਇਸ ਤਰੀਕੇ ਨਾਲ ਹੋਣਾ, ਤਾਂ ਕਿਤੇ ਨਾ ਕਿਤੇ ਲੋਕ ਇਹ ਕਿਵੇਂ ਐਕਸੈਪਟ ਕਰ ਲੈਣਗੇ? ਤੁਹਾਨੂੰ ਨਹੀਂ ਲੱਗਦਾ ਕਿ ਹਾਲੇ ਤੱਕ ਵੈਸੇ ਤਾਂ ਜਿਹੜੇ ਵੀ, ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਦਲ ਬਦਲੂ ਵਾਲਾ ਜਿਹੜਾ ਕੰਮ ਹੈ, ਪਰ ਲੋਕ ਫਿਰ ਵੀ ਹੁੰਗਾਰਾ ਦੇ ਦਿੰਦੇ ਨੇ। ਕਿਵੇਂ ਉਹ ਰਾਤੋਂ ਰਾਤ ਤੁਸੀਂ ਜਿਸ ਪਾਰਟੀ ਨੂੰ, ਚਾਹੇ ਇਸ ਨਵਜੋਤ ਸਿੰਘ ਸਿੱਧੂ ਦੇ ਵੀ ਆਪਾਂ ਤੁਸੀਂ ਦੇਖੋ ਕਿੰਨੀਆਂ ਵੀਡੀਓਜ਼ ਇਹੋ ਜਿਹੀਆਂ ਆਈਆਂ ਜੋ ਪਹਿਲਾਂ ਭਾਜਪਾ ਦੇ ਵਿੱਚ ਉਹ ਕਸੀਦੇ ਗਾਉਂਦੇ ਸੀਗੇ, ਤੇ ਨਾਮ ਹਾਲਾਂਕਿ ਰਾਹੁਲ ਗਾਂਧੀ ਨੂੰ ਜਿਹੜਾ ਪੱਪੂ ਨਾਮ ਦੇਣ ਵਾਲਾ ਉਹ ਨਵਜੋਤ ਸਿੰਘ ਸਿੱਧੂ ਸੀ, ਤੇ ਫਿਰ ਨਵਜੋਤ ਸਿੰਘ ਸਿੱਧੂ ਇੱਧਰ ਆਉਂਦੇ ਨੇ ਤਾਂ ਸਿਰਫ ਉਹ ਕਰੈਕਟਰ, ਇੱਕ ਵਰਡ ਚੇਂਜ ਹੋ ਜਾਂਦਾ, ਜਿੱਥੇ ਭਾਜਪਾ ਲਿਖਿਆ ਜਾਂਦਾ ਉੱਥੇ ਕਾਂਗਰਸ ਬਣ ਜਾਂਦੀ ਹੈ। ਉਹੀ ਸੇਮ ਸਾਰਾ ਕੁਝ ਸਕ੍ਰਿਪਟਡ ਜਾਂ ਉਸ ਤਰੀਕੇ ਨਾਲ ਚੱਲਣਾ। ਤਾਂ ਲੋਕਾਂ ਨੇ ਹਾਲਾਂਕਿ ਬਹੁਤ ਕੁਝ ਕਿਹਾ ਵੀ, ਪਰ ਫਿਰ ਵੀ ਨਵਜੋਤ ਸਿੰਘ ਸਿੱਧੂ ਨੂੰ ਜਿਤਾਉਂਦੇ ਰਹੇ। ਕਿ ਆਖਰਕਾਰ ਤੁਹਾਨੂੰ ਲੱਗਦਾ ਕਿ ਇਹ ਚਿਹਰਿਆਂ ਦੀ ਰਾਜਨੀਤੀ ਹੋਣ ਲੱਗ ਗਈ ਹੈ ਹੁਣ, ਜਾਂ ਉਹ ਨੋਟਾਂ ਦੀ ਵੀ ਰਾਜਨੀਤੀ ਉਨੀ ਕੁ ਭਾਰੀ ਹੋ ਗਈ ਹੈ? ਦੇਖੋ, ਜਿਹੜਾ ਇਹ ਨੋਟ ਪੋਲਿਟਿਕਸ ਹੈ ਉਹ ਅੱਜ ਦੀ ਇਲੈਕਸ਼ਨ ਦੇ ਵਿੱਚ ਕਾਫੀ ਭਾਰੂ ਹੈ, ਇਹ 'ਚ ਕੋਈ ਦੋ ਰਾਏ ਨਹੀਂ। ਸੁਰਿੰਦਰ ਜੀ, ਤੁਸੀਂ ਬਿਲਕੁਲ ਦਰੁਸਤ ਕਿਹਾ, ਪਰ ਇਲੈਕਸ਼ਨ ਕਮਿਸ਼ਨ ਨੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਤੇ ਰੋਕ ਲੱਗ ਸਕੇ, ਔਰ ਉਹ ਕਾਮਯਾਬ ਵੀ ਹੋਏ ਆ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਬਾਕੀ ਰਹੀ ਗੱਲ ਚਿਹਰਿਆਂ ਦੀ, ਅਸਲ 'ਚ ਅਗਰ ਦੇਖਿਆ ਜਾਵੇ ਤਾਂ ਜਿਹੜਾ ਵਿਅਕਤੀਗਤ ਚਿਹਰਾ ਹੁੰਦਾ ਉਹ ਬਹੁਤ ਕਾਊਂਟ ਕਰਦਾ ਹੈ, ਔਰ ਜਿਹੜੀ ਵਿਅਕਤੀਗਤ ਪਰਸਨੈਲਿਟੀ ਹੁੰਦੀ ਹੈ ਉਹ ਬਹੁਤ ਕਾਊਂਟ ਕਰਦੀ ਹੈ। ਪਾਰਟੀ ਨਾਲੋਂ ਵੀ ਕਿਤੇ ਉੱਪਰ ਉਸ ਚੀਜ਼ ਨੂੰ, ਉਹਦੀ ਅਕਾਊਂਟੇਬਿਲਿਟੀ ਹੁੰਦੀ ਆ, ਉਹਦਾ ਇੱਕ ਸਟੇਟਸ ਹੁੰਦਾ। ਬੰਦਾ ਕਿਸੇ ਵੀ ਪਾਰਟੀ 'ਚ ਰਿਹਾ ਹੋਵੇ, ਜੇ ਉਹਦਾ ਕਿਰਦਾਰ ਉਸ ਪਾਰਟੀ ਦੇ ਵਿੱਚ ਅੱਛਾ ਹੈ ਤਾਂ ਮੈਂ ਸਮਝਦਾ ਕਿ ਉਹ ਵਿਅਕਤੀ ਕਿਸੇ ਵੀ ਪਾਰਟੀ 'ਚ ਚਲਾ ਜਾਵੇ ਤਾਂ ਉਹ ਆਪਣਾ ਅੱਛਾ ਹੀ ਕਿਰਦਾਰ ਸ਼ੋਅ ਕਰੇਗਾ, ਉਹ ਆਪਣੇ ਜਿਹੜੀ ਰਿਜ਼ਲਟਸ ਨੇ ਉਹ ਅੱਛੇ ਹੀ ਦੇਵੇਗਾ। ਸੋ ਜਿਸ ਤਰ੍ਹਾਂ ਬਾਜਵਾ ਸਾਹਿਬ ਬੜੇ ਸਤਿਕਾਰਯੋਗ ਨੇ, ਮੇਰਾ ਬਹੁਤ ਉਹਨਾਂ ਨਾਲ ਪਿਆਰ ਰਿਹਾ ਹੈਗਾ,
ਤੇ ਅੱਜ ਵੀ ਮੈਂ ਉਹਨਾਂ ਦੀ ਬਹੁਤ ਰਿਗਾਰਡ ਕਰਦਾ ਤੇ ਅੱਛਾ ਬੋਲਦੇ ਨੇ, ਸਾਫ਼ ਸੁਥਰੀ ਸ਼ੈਲੀ ਵਰਤਦੇ ਨੇ। ਪਰ ਕਈ ਵਾਰ ਜਦੋਂ ਅਸੀਂ ਦੇਖਦੇ ਉਹਨਾਂ ਦੀਆਂ ਵੀਡੀਓਜ਼ ਤੇ ਉਹ ਲੋਕਾਂ ਨੂੰ ਅਲਿਓਰ ਕਰਨ ਵਾਸਤੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਜੀ ਇਹ ਪੁਰਾਣੇ ਸਿਲੰਡਰ ਨਾ ਸਾਡੇ ਭੇਜਿਓ, ਤੇ ਪੁਰਾਣੇ ਸਿਲੰਡਰ ਜਿਹੜੇ ਨੇ ਖਰਾਬ ਹੋ ਗਏ ਨੇ, ਨਵੇਂ। ਮਤਲਬ ਤੁਸੀਂ ਇਹ ਗੱਲ ਕਹਿੰਦੇ ਹੋ, ਤੁਹਾਡੇ ਤਾਂ ਸਿਲੰਡਰ ਤੁਸੀਂ ਆਪ ਹੀ ਚੱਕ ਕੇ ਸੁੱਟੇ ਨੇ, ਜਿਹੜੇ ਵਧੀਆ ਸਿਲੰਡਰ ਸੀ ਉਹ ਤੁਸੀਂ ਬਾਹਰ ਸੁੱਟਤੇ। ਹੁਣ ਨੈਚੁਰਲ ਹੈ, ਜੇ ਉਹ ਚਲੇ ਗਏ, ਕਿਸੇ ਨੇ ਸਾਂਭ ਲਏ, ਉਹਨਾਂ ਨੇ ਧੋ ਧੂ ਕੇ ਉਹ ਸ਼ਿੰਗਾਰ ਲਏ, ਤਾਂ ਫਿਰ ਹੁਣ ਆਪਾਂ ਉਸ ਚੀਜ਼ ਤੇ ਕਿੰਤੂ ਨਾ ਕਰੀਏ। ਉਸ ਚੀਜ਼ ਤੇ ਆਪਾਂ ਨੂੰ ਸਬਰ ਕਰਨਾ ਚਾਹੀਦਾ, ਸਾਨੂੰ ਵੇਟ ਕਰਨੀ ਚਾਹੀਦੀ, ਦੇਖਣਾ ਚਾਹੀਦਾ ਕਿ ਕੀ ਉਹ ਸਿਲੰਡਰ ਚੱਲਦੇ ਨੇ ਕਿ ਨਹੀਂ ਉਧਰ ਚੱਲਦੇ। ਸੋ ਮਤਲਬ ਮੈਂ ਤਾਂ ਇਹੀ ਕਹੂੰਗਾ ਕਿ ਕੁਝ ਲੋਕ ਉਧਰੋਂ ਇੱਧਰ ਵੀ ਆਏ ਨੇ। ਇਹ ਨਾ ਵੈਸੇ ਵੀ ਸੁਰਿੰਦਰ ਜੀ, ਮੈਂ ਇੱਕ ਅਬਜ਼ਰਵ ਕਰਦਾ ਹਾਂ ਪਿਛਲੇ 20 ਸਾਲਾਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਐਸੀ ਜਿਹੜੀ ਰਾਜਨੀਤੀ ਹੈ ਕਿ ਇੱਥੇ ਦਿਮਾਗ ਦਾ ਪਰਿਵਰਤਨ ਨਹੀਂ ਹੁੰਦਾ। ਇੱਥੇ ਜਿਹੜੇ ਵੋਟਰ ਨੇ ਜਾਂ ਜਿਹੜੇ ਲੀਡਰ ਨੇ ਉਹ ਦਿਮਾਗ ਪਰਿਵਰਤਨ ਨਹੀਂ ਭਾਲਦੇ ਹੈਗੇ, ਉਹ ਪਗੜੀ ਪਰਿਵਰਤਨ ਜਾਂ ਮਤਲਬ ਰੰਗ ਪਰਿਵਰਤਨ ਭਾਲਦੇ ਆ, ਝੰਡੇ ਦਾ ਪਰਿਵਰਤਨ ਭਾਲਦੇ ਆ। ਤੇ ਜੇ ਅੱਜ ਕਾਂਗਰਸ ਦੀ ਸਰਕਾਰ ਆ ਗਈ ਤਾਂ ਚਿੱਟੀਆਂ ਪਗੜੀਆਂ ਵਾਲੇ ਸ਼ੁਰੂ ਹੋ ਜਾਣਗੇ, ਪਿੰਡਾਂ ਦੇ ਵਿੱਚ ਵੀ ਸਾਰੇ ਬੰਨ੍ਹਣੀਆਂ ਲੱਗ ਗਏ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਤੁਹਾਨੂੰ ਪੀਲੀਆਂ ਪੱਗਾਂ ਵਾਲੇ ਬੜੇ ਨਜ਼ਰ ਆਉਣਗੇ, ਤੇ ਜਦੋਂ ਅਕਾਲੀਆਂ ਦੀ ਸਰਕਾਰ ਹੁੰਦੀ ਹੈ ਉਹਦੇ ਨੀਲੀਆਂ ਪੱਗਾਂ ਵਾਲੇ ਬਹੁਤ ਨਜ਼ਰ ਆਉਣਗੇ। ਸੋ ਇਹ ਨਾ ਤੁਸੀਂ ਨੋਟ ਕਰਿਓ ਕਿ ਇੱਥੇ ਪਗੜੀ ਪਰਿਵਰਤਨ ਹੁੰਦਾ, ਇੱਥੇ ਖੋਪੜੀ ਪਰਿਵਰਤਨ ਨਹੀਂ ਹੁੰਦਾ। ਇੱਥੇ ਕੋਈ ਨਹੀਂ ਸੋਚਦਾ ਕਿ ਵਾਟ ਇਜ਼ ਗੁੱਡ, ਵਾਟ ਇਜ਼ ਬੈਡ। ਉਹ ਸਿਰਫ ਇਹ ਦੇਖਦੇ ਆ ਕਿ ਮੈਨੂੰ ਬੈਨੀਫਿਟ ਕਿੱਥੇ ਹੈ, ਮੈਨੂੰ ਜਾਂਦੇ ਨੂੰ ਕੁਰਸੀ ਕਿਵੇਂ ਮਿਲੂਗੀ। ਜੇ ਮੈਂ ਚਿੱਟੀ ਪੱਗ ਬੰਨ੍ਹ ਕੇ ਜਾਊਂ ਤਾਂ ਥਾਣੇਦਾਰ ਮੈਨੂੰ ਕਾਂਗਰਸ ਦੀ ਸਰਕਾਰ ਹੈ ਤਾਂ ਕਾਂਗਰਸੀ ਸਮਝ ਕੇ ਕੁਰਸੀ ਦੇਊਗਾ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਮੇਰੇ ਗਲ 'ਚ ਪੀਲਾ ਸਾਫਾ ਪਾਇਆ ਹੋਇਆ ਤਾਂ ਮੇਰੀ ਉੱਥੇ ਭੁਗਤ ਹੋਊਗੀ। ਜੇ ਕਿਸਾਨਾਂ ਦਾ ਦੌਰ ਚੱਲ ਪਿਆ ਤਾਂ ਨਾਲ ਲੋਕਾਂ ਨੇ ਹਰੇ ਪਟਕੇ ਪਾਉਣੇ ਸ਼ੁਰੂ ਕਰ ਲਏ ਸੀ ਗਲ ਦੇ ਵਿੱਚ। ਸੋ ਇਹ ਨਾ ਕਲਰ ਚੇਂਜ ਔਰ ਟ੍ਰੈਂਡ ਚੇਂਜ, ਟਰਬਨ ਚੇਂਜ, ਇਹਨਾਂ ਨਾਲ ਲੋਕਾਂ ਨੇ ਆਪਣੀ ਸਾਈਕੀ ਨਹੀਂ ਚੇਂਜ ਕੀਤੀ, ਮਾਈਂਡ ਚੇਂਜ ਨਹੀਂ ਕਰ ਸਕਦੇਗੇ। ਜਦ ਤੱਕ ਅਸੀਂ ਮਾਈਂਡ ਨਹੀਂ ਚੇਂਜ ਕਰਦੇ ਆਪਣਾ, ਜਦ ਤੱਕ ਅਸੀਂ ਚੰਗੇ ਬੁਰੇ ਦਾ ਅਸਲੀ ਮੀਨਿੰਗ ਨਹੀਂ ਕੱਢ ਲੈਂਦੇ, ਸਾਨੂੰ ਪਤਾ ਨਹੀਂ ਲੱਗਦਾ। ਅਸੀਂ ਇਹਨਾਂ ਦੀਆਂ ਚੋਪੜੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਲੀਡਰਾਂ ਦੇ। ਅਸੀਂ ਇਹਨਾਂ ਦੀਆਂ ਜਿਹੜੀਆਂ ਸਕੀਮਾਂ ਨੇ, ਫ੍ਰੀ ਬੀਜ਼ ਨੇ, ਅਲਿਓਰਮੈਂਟ ਸਕੀਮਸ ਨੇ, ਉਹਨਾਂ ਦੇ ਸ਼ਿਕਾਰ ਹੋ ਜਾਂਦੇ ਆ। ਫਿਰ ਮਗਰੋਂ ਅਸੀਂ ਪਛਤਾਉਂਦੇ, ਫਿਰ ਅਸੀਂ ਕਹਿੰਦੇ ਆਪਾਂ ਯਾਰ ਗਲਤੀ ਕਰਕੇ 92 ਕਿਉਂ ਜਿਤਾਤੇ। ਉਹ 92 ਤੁਸੀਂ ਤਾਂ ਹੀ ਜਿਤਾਏ ਜੇ ਤੁਸੀਂ ਉਹਨਾਂ ਦੀ ਗੱਲਾਂ 'ਚ ਆਏ ਹੋ। ਸੋ ਅੱਜ ਉਹਨਾਂ ਨੂੰ ਝੱਲਣਾ ਪੈਣਾ, ਤੁਹਾਨੂੰ 5 ਸਾਲ ਝੱਲੋ ਫਿਰ ਉਹਨਾਂ ਨੂੰ। ਤੇ ਹੁਣ ਅੱਗੋਂ 24 ਆ ਰਹੀ ਹੈ, 24 ਦੇ ਵਿੱਚ ਤੁਸੀਂ ਉਹਨਾਂ ਨੂੰ ਸਬਕ ਸਿਖਾ ਦਿਓ ਅਗਰ ਤੁਹਾਨੂੰ ਮਾੜੇ ਲੱਗੇ ਨੇ, ਤਾਂ ਕਿ ਉਹ ਅੱਗੋਂ 27 ਵਾਸਤੇ ਆਪਦਾ ਕੰਮ ਠੀਕ ਕਰ ਲੈਣ। ਸੋ ਇਹ ਪਬਲਿਕ ਦੇ ਹੱਥ 'ਚ ਹੈ। ਜਦ ਤੱਕ ਸਾਡੀ ਪਬਲਿਕ ਇਹ ਨਹੀਂ ਫੈਸਲਾ ਕਰਦੀ ਕਿ ਅਸੀਂ ਦਿਮਾਗ ਪਰਿਵਰਤਨ ਕਰਨਾ, ਮਾਈਂਡ ਚੇਂਜ ਕਰਨਾ, ਕਨਸੈਪਟ ਚੇਂਜ ਕਰਨਾ, ਸਾਈਕੀ ਚੇਂਜ ਕਰਨੀ ਹੈ, ਤਦ ਤੱਕ ਅਸੀਂ ਸਿਰਫ ਪੱਗਾਂ ਦੇ ਰੰਗ ਜਾਂ ਕੱਪੜਿਆਂ ਦੇ ਰੰਗ ਬਦਲ ਕੇ ਅਸੀਂ ਰਾਜਨੀਤੀ ਨੂੰ ਅਸੀਂ ਜੇ ਅਸੈਪਟ ਕਰੀ ਜਾ ਰਹੇ ਹਾਂ ਤਾਂ ਦੈਟ ਇਜ਼ ਟੋਟਲੀ ਰੌਂਗ। ਨਹੀਂ ਡਾਕਟਰ ਸਾਹਿਬ, ਇੱਕ ਛੋਟੀ ਜਿਹੀ ਉਦਾਹਰਨ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਐਲਵਿਸ਼ ਯਾਦਵ, ਤੁਸੀਂ ਹੁਣੇ ਨਾਮ ਸੁਣਿਆ ਹੋਣਾ, ਮੈਂ ਪਹਿਲਾਂ ਨਹੀਂ ਜਾਣਦਾ ਸੀ, ਪਰ ਉਹ ਜਦੋਂ ਦਾ ਉਹ ਬਿਗ ਬੌਸ ਜਿੱਤਦਾ ਹੈ OTT ਪਲੇਟਫਾਰਮ ਵਾਲਾ, ਉਸ ਤੋਂ ਬਾਅਦ ਤੁਸੀਂ ਦੇਖੋ ਵੀ ਉਹ ਐਲਵਿਸ਼ ਯਾਦਵ ਨੂੰ ਗੁੜਗਾਉਂ ਦੇ ਵਿੱਚ ਇੱਕ ਰੈਲੀ ਕੀਤੀ ਜਾਂਦੀ ਹੈ, ਮਨੋਹਰ ਲਾਲ ਖੱਟਰ ਜੀ ਉੱਥੇ ਪਹੁੰਚਦੇ ਨੇ, ਦੋਨੋਂ ਸਟੇਜ ਸਾਂਝੀ ਕਰਦੇ ਨੇ। ਐਲਵਿਸ਼ ਯਾਦਵ, ਉਹਨੂੰ ਹੁਣ ਕਿਹਾ ਜਾਂਦਾ ਕਿ ਉਹ ਸਿਆਸਤ 'ਚ ਆ ਸਕਦਾ ਹੈ, ਇੱਕ ਇਹ ਤਸਵੀਰ ਹੁੰਦੀ ਹੈ। ਤੁਸੀਂ ਦੇਖੋ ਵੀ ਕਿਵੇਂ ਭਰਮਾਇਆ ਜਾਂਦਾ ਹੈ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਵਿੱਚ ਤੁਸੀਂ ਦੇਖੋ ਬਘੇਸ਼ਵਰ ਧਾਮ ਵਾਲਾ ਉਹ ਪਰਚੀ ਬਾਬਾ ਜੀ ਹੈਗੇ ਨੇ, ਉਹ ਪਰਚੀ ਬਣਾਉਂਦੇ ਨੇ। ਉਸ ਨੂੰ ਤੁਸੀਂ ਦੇਖੋ ਵੀ ਇੱਕ ਤਸਵੀਰ ਆਉਂਦੀ ਹੈ, ਮਨੋਜ ਤਿਵਾਰੀ ਜੀ ਉਹਨਾਂ ਦੇ ਡਰਾਈਵਰ ਬਣਦੇ ਨੇ ਤੇ ਉਹ ਜਾ ਰਹੇ ਹੁੰਦੇ ਨੇ, ਵੀ ਉਦੋਂ ਲੱਗਦਾ ਕਿ ਇਹ ਭਾਜਪਾ ਵਾਸਤੇ ਇਨਕਲਾਈਨਡ ਹੋ ਰਹੇ ਨੇ। ਨਾਲ ਦੀ ਨਾਲ ਹੀ ਫਿਰ ਅਸੀਂ ਕਮਲ ਨਾਥ ਜੀ ਨੂੰ ਵੀ ਉਹਨਾਂ ਦੇ ਸਟੇਜ ਦੇ ਉੱਥੇ ਉਹਨਾਂ ਦੇ ਉੱਥੇ ਦੇਖ ਲੈਂਦੇ ਹਾਂ। ਤਾਂ ਇਹ ਕਿਹੜੀ ਸਿਆਸਤ ਹੈ ਤੁਸੀਂ ਜਿਸ ਦਾ ਜ਼ਿਕਰ ਕਰ ਰਹੇ ਹੋ? ਵੋਟਰ ਸਿਆਣਾ ਕਿਵੇਂ ਹੋਊਗਾ? ਹੁਣ ਜਿਹੜਾ 3 ਲੱਖ ਬੰਦਾ ਉਹ ਐਲਵਿਸ਼ ਯਾਦਵ ਨੂੰ ਦੇਖਣ ਲਈ ਖੜਾ ਹੋਇਆ ਸੀ, ਉਹ ਯੂਥ ਸੀ, ਉੱਥੇ ਮਨੋਹਰ ਲਾਲ ਖੱਟਰ ਜੀ ਪਹੁੰਚ ਜਾਂਦੇ ਨੇ, ਉੱਥੇ ਉਸ ਤਰੀਕੇ ਨੂੰ ਉਹਨੂੰ ਪੂਰਾ ਪੋਲੀਟੀਕਲੀ ਰੂਪ ਦੇ ਦਿੱਤਾ ਜਾਂਦਾ ਹੈ। ਤੇ ਇਹ ਹੁਣ ਕਿਆਸਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਸ਼ਾਇਦ ਐਲਵਿਸ਼ ਯਾਦਵ ਨੂੰ ਖੜਾ ਵੀ ਕਰ ਦਿੱਤਾ ਜਾਵੇ। ਕੀ ਇਹੀ ਹੁਣ ਸਟ੍ਰੈਟਜੀ ਇਹੀ ਰਹਿ ਗਈ ਹੈ? ਕੀ ਇਹ ਸਾਡੇ ਚੋਣ ਰਹਿ ਗਈ ਹੈ? ਜੀ ਮੈਂ ਇਹਦੇ ਤੇ ਨਾ ਕਾਫੀ ਦੇਰ ਪਹਿਲਾਂ ਵੀ ਬੜੀ ਮਤਲਬ ਕਿ ਚਰਚਾ ਕੀਤੀ ਹੈ ਜੀ ਕਿ ਸਾਡੇ ਜਿਹੜੇ ਪੋਲੀਟੀਕਲ ਪਾਰਟੀਆਂ ਨੇ, ਜਾਂ ਤੁਸੀਂ ਅੱਜ ਪਾਰਲੀਮੈਂਟ ਦੇ ਵਿੱਚ ਦੇਖੋ, ਜੇ ਤੁਸੀਂ ਰਾਜ ਸਭਾ ਦੇ ਵਿੱਚ ਨਿਗਾਹ ਮਾਰੋਗੇ ਨਾ ਤਾਂ ਤੁਸੀਂ ਆਪ ਦੇਖੋਗੇ ਕਿ ਉੱਥੇ ਕਿੰਨੇ ਕੁ ਇੰਟੈਲੈਕਚੁਅਲਸ ਬੈਠੇ ਨੇ। ਉਹਦੇ 'ਚ ਖਿਡਾਰੀ ਚਲੇ ਗਏ, ਖਿਡਾਰੀ ਖੇਡ ਤੋਂ ਵੱਧ ਬਾਹਰ ਕੁਝ ਸੋਚ ਨਹੀਂ ਸਕਦੇ ਹੈਗੇ। ਔਰ ਨਾ ਉਹ ਜਿਹੜੇ ਸਾਡੇ ਪੰਜਾਬ 'ਚੋਂ ਵੀ ਗਏ ਨੇ ਖਿਡਾਰੀ, ਤੁਸੀਂ ਦੇਖੇ ਨੇ, ਭੱਜੀ ਸਾਹਿਬ ਗਏ ਨੇ, ਹੋਰ ਉਹ ਕਿੰਨਾ ਕੁ ਆਪਣੇ ਪੰਜਾਬ ਦੇ ਪਬਲਿਕ ਹਿੱਤਾਂ ਬਾਰੇ ਗੱਲ ਕੀਤੀ ਉਹਨਾਂ ਨੇ, ਜਾਂ ਕਿੰਨਾ ਕੁ ਕਰ ਸਕਦੇ ਨੇ। ਮੈਡਮ ਹੇਮਾ ਮਾਲਿਨੀ ਗਏ ਸੀਗੇ BJP ਵੱਲੋਂ, ਹੋਰ ਕਈ ਐਕਟਰਸ ਗਏ ਨੇ, ਐਕਟਰ ਗਏ ਨੇ, ਲੇਕਿਨ
ਅਸੀਂ ਨੋਟ ਕਰਦੇ ਹਾਂ ਕਿ ਜਿਹੜੀਆਂ ਇਹ ਜਿਹੀਆਂ ਪੋਸਟਾਂ ਹੁੰਦੀਆਂ ਨੇ ਕਨਸਟੀਟਿਊਸ਼ਨਲ ਪੋਸਟ ਰਾਜ ਸਭਾ ਵਗੈਰਾ, ਉੱਥੇ ਘੱਟੋ ਘੱਟ ਉਹ ਲੋਕ ਜਾਣੇ ਚਾਹੀਦੇ ਜਿਹੜੇ ਇੰਟੈਲੈਕਚੁਅਲਸ ਹੋਣ, ਕੋਈ ਮੀਡੀਆ ਪਰਸਨਸ ਹੋਣ, ਜਿਨ੍ਹਾਂ ਨੂੰ ਪਤਾ ਹੋਵੇ ਕਿ ਪਬਲਿਕ ਦੀ ਦੁੱਖ ਦੀ ਰਗ ਕੀ ਹੈ। ਸੋ ਇਹ ਤੁਹਾਡੀ ਗੱਲ ਬਿਲਕੁਲ ਠੀਕ ਆ। ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਆਪਣਾ ਏਜੰਡਾ ਜਿਹੜਾ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਕਰਾਊਡ ਪੁਲਿੰਗ ਸੈਲੀਬ੍ਰਿਟੀ ਹੈ ਤੇ ਉਹ ਕਰਾਊਡ ਪੁਲਿੰਗ ਸੈਲੀਬ੍ਰਿਟੀ ਦੇ ਪਿੱਛੇ ਲੱਗ ਜਾਂਦੇ ਨੇ, ਉਹਦੇ ਨਾਲ ਆਪ ਹੀ ਜਾ ਕੇ ਚੇਪੂ ਹੋ ਜਾਂਦੇ ਨੇ। ਉਹ ਸ਼ੋਅ ਕਰਨ ਦੀ ਖਾਤਰ ਕਿ ਜੀ ਸਾਡਾ ਹੈ, ਉਹਦੇ ਤੇ ਛਾਪਾ ਮਾਰ ਲੈਂਦੇ ਆ। ਜਿਵੇਂ ਤੁਸੀਂ ਦੱਸੀ ਇਹ ਗੱਲ ਕਿ ਖੱਟਰ ਸਾਹਿਬ ਉੱਥੇ ਪਹੁੰਚ ਗਏ, ਉਹ ਬੇਸ਼ੱਕ ਉਹ ਬੰਦਾ ਬੀਜੇਪੀ ਮਾਈਂਡਡ ਨਾ ਵੀ ਹੋਵੇ ਅੰਦਰੋਂ, ਤੇ ਜਦੋਂ ਉੱਥੇ ਸੀਐਮ ਪਹੁੰਚ ਗਿਆ ਉਸ ਸਟੇਟ ਦਾ ਤੇ ਉਹ ਬੀਜੇਪੀ ਦਾ ਹੋਵੇ ਵਿਅਕਤੀ, ਤਾਂ ਓਬਵੀਅਸ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਵੀ ਸਵਾਲ ਆ ਜਾਂਦੇ ਤੇ ਵੈਸੇ ਵੀ ਦੇ ਹੈਵ ਅ ਪਲੇਟਫਾਰਮ ਟੂ ਸੇ ਕਿ ਜੀ ਇਹ ਹੌਲੀ ਹੌਲੀ ਇਨਕਲੀਨੇਸ਼ਨ ਜਿਹੜੀ ਆ ਉਹ ਭਾਜਪਾ ਵੱਲ ਹੀ ਹੋ ਜਾਣੀ ਆ। ਹੁਣ ਜਿਹੜਾ ਤੁਸੀਂ ਦੱਸਿਆ ਸੀ ਬਾਬਾ ਜੀ ਦੀ ਗੱਲ ਕੀਤੀ ਸੀ ਕਿ ਬਗੇਸ਼ਵਰ ਰਾਓ, ਹਾਂਜੀ ਬਗੇਸ਼ਵਰ ਧਾਮ ਦੀ, ਤੇ ਉੱਥੇ ਵੀ ਤੁਸੀਂ ਦੇਖ ਲਓ ਉਹਨਾਂ ਦਾ ਸਾਰਾ ਏਜੰਡਾ ਹੀ ਹਿੰਦੂ ਤੱਤਵ ਦਾ ਚੱਲ ਰਿਹਾ ਹੈਗਾ। ਉੱਥੇ ਤਾਂ ਉਹ ਠੋਕ ਠੋਕ ਕੇ ਕਹਿੰਦੇ ਕਿ ਅਗਰ ਹਿੰਦੂ ਕੇ ਖਿਲਾਫ ਕੋਈ ਮੁਸਲਮਾਨ ਬੋਲੇਗਾ ਪਤਾ ਨਹੀਂ ਕੀ ਉਹ ਬੜੀਆਂ ਔੜ ਜੀਆਂ ਗੱਲਾਂ ਕਰਦੇ ਆ। ਮੈਂ ਕਹਿਣਾ ਨਹੀਂ ਚਾਹੁੰਦਾ ਆਪਣੇ ਚੈਨਲ ਤੇ ਕਿ ਉਹ ਹਰਟਿੰਗ ਹੁੰਦੀਆਂ ਨੇ। ਜਿੱਥੇ ਤੁਸੀਂ ਸੈਕੂਲਰ ਦੇਸ਼ ਦੀ ਗੱਲ ਕਰਦੇ ਹੋ, ਤੁਸੀਂ ਇੱਕ ਗੁਲਦਸਤੇ ਦੀ ਗੱਲ ਕਰਦੇ ਹੋ ਕਿ ਭਾਰਤ ਸਾਡਾ ਸੈਕੂਲਰ ਹੈ, ਇੱਥੇ ਕੋਈ ਵੀ ਮਤਲਬ ਸਾਡੀ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਹੈ, ਤੇ ਉੱਥੇ ਅਸੀਂ ਕੋਈ ਵੀ ਮਤਲਬ ਇਹੋ ਜਿਹੀ ਗੱਲ ਨਹੀਂ ਸਾਨੂੰ ਕਰਨੀ ਚਾਹੀਦੀ। ਸੈਡੀਸ਼ਨ, ਅਗਰ ਕੋਈ ਪੰਜਾਬ ਦੇ ਵਿੱਚ ਕੋਈ ਖਾਲਿਸਤਾਨ ਦਾ ਨਾਅਰਾ ਲਾਉਂਦਾ ਤੇ ਸੈਡੀਸ਼ਨ ਲੱਗ ਜਾਂਦੀ ਹੈ। ਹੁਣ ਜਦੋਂ ਇਹੋ ਜਿਹੇ ਬਾਬੇ ਉੱਥੇ ਹਿੰਦੂ ਤੱਤਵ ਦੀ ਗੱਲ ਕਰਕੇ ਉਹ ਧਮਕੀਆਂ ਦਿੰਦੇ ਨੇ ਮੁਸਲਮਾਨਾਂ ਨੂੰ ਜਾਂ ਕਿਸੇ ਹੋਰ ਕਮਿਊਨਿਟੀ ਨੂੰ, ਉਹਨਾਂ ਨੂੰ ਕੁਝ ਕਿਹਾ ਨਹੀਂ ਜਾਂਦਾ। ਉੱਥੇ ਈਵਨ ਜਿਹੜੇ ਲੀਡਰਸ ਨੇ ਉਹ ਉਹਨਾਂ ਦੀਆਂ ਕੁਛੜਾਂ 'ਚ ਬਹਿ ਜਾਂਦੇ ਨੇ, ਉਹਨਾਂ ਦਾ ਕੋਈ ਡਰਾਈਵਰ ਬਣ ਜਾਂਦਾ, ਕੋਈ ਕੁਛ ਕਰਦਾ। ਤੋ ਥੀਸ ਥਿੰਗਸ ਆਰ ਟੋਟਲੀ ਮਤਲਬ ਡਿਸਕ੍ਰਿਮੀਨੇਸ਼ਨ ਹੈ ਇੱਕ ਬਹੁਤ ਵੱਡੀ। ਪਰ ਲੇਕਿਨ ਅਗਰ ਅਸੀਂ ਇਹਨੂੰ ਦੇਖੀਏ, ਲੰਬੇ ਇਹਦੇ ਤੇ ਦੇਖੀਏ, ਸੋਚੀਏ, ਤਾਂ ਇਹ ਇੱਕ ਤਰ੍ਹਾਂ ਦੇ ਇਹਨਾਂ ਦੇ ਆਪਣੇ ਹੀ ਪੈਦਾ ਕੀਤੇ ਹੋਏ ਲੋਕ ਨੇ, ਜਿਨ੍ਹਾਂ ਨੂੰ ਇਹ ਵਰਤਣ ਲਈ ਇਲੈਕਸ਼ਨ ਦੇ ਦੌਰਾਨ ਵਰਤਣ ਦੀ ਖਾਤਰ ਇਹਨਾਂ ਨੂੰ ਕ੍ਰੀਏਟ ਕੀਤਾ ਜਾਂਦਾ। ਇੱਕ ਪਬਲਿਕ ਨੂੰ ਪਿੱਛੇ ਲਾਉਣ ਦੀ ਖਾਤਰ ਇੱਕ ਹਾਈਪ ਕ੍ਰੀਏਟ ਕਰੀ ਜਾਂਦੀ ਹੈ, ਮੀਡੀਆ ਹਾਈਪ ਕੀਤੀ ਜਾਂਦੀ ਹੈ ਇਹਨਾਂ ਦੀ। ਸੋ ਇਹਦੇ ਤੋਂ ਲੋਕਾਂ ਨੂੰ ਜਿਹੜਾ ਆਪਾਂ ਗੱਲ ਉੱਥੇ ਹੀ ਲਿਆਉਂਦੇ ਆ ਨਾ ਸਾਰੀ ਆਖਰ, ਕਿ ਜਿਹੜਾ ਵੋਟਰ ਆ ਹੀ ਸ਼ੁੱਡ ਬੀ ਸ਼ੋ ਕੌਸ਼ੀਅਸ, ਕਿ ਉਹਨੂੰ ਪਤਾ ਹੋਵੇ ਕਿ ਮੈਂ ਇਹਦੇ 'ਚ ਉਹਨੂੰ ਉਹਦੀ ਜੱਜਮੈਂਟ ਦੀ ਪਾਵਰ ਹੋਣੀ ਚਾਹੀਦੀ ਹੈ, ਉਹਨੂੰ ਜੱਜ ਕਰਨ ਦੀ ਇੱਕ ਤਾਕਤ ਉਹਦੇ ਵਿੱਚ ਆ ਜਾਣੀ ਚਾਹੀਦੀ ਹੈ ਕਿ ਕਿਹੜਾ ਬੰਦਾ ਠੀਕ ਹੈ। ਔਰ ਇਹਦੀ ਜਿਹੜੀ ਹਰਕਤ ਆ, ਅਗਰ ਕੋਈ ਇਹ ਬੰਦਾ ਮੌਬ ਨੂੰ ਯੂਟਿਲਾਈਜ਼ ਕਰਕੇ ਡਾਇਰੈਕਸ਼ਨ ਦੇਣੀ ਚਾਹੁੰਦਾ ਕਿ ਉਹ ਫਲਾਨੀ ਪਾਰਟੀ ਵੱਲ ਨੂੰ, ਤਾਂ ਨੈਚੁਰਲ ਆ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਦੇਣੀ ਵੋਟ ਕਿਹਨੂੰ ਦੇਣੀ ਆ ਜਾਂ ਅਸੀਂ ਕਿੱਧਰ ਨੂੰ ਤੁਰਨਾ ਹੈਗਾ। ਤੇ ਇਹ ਮੈਂ ਇਹੀ ਕਹੂੰਗਾ ਕਿ ਦੇ ਆਰ ਆਲ ਇਹਨਾਂ ਦੇ ਇੱਕ ਤਰ੍ਹਾਂ ਦੇ ਅਲਾਰਮੈਂਟ ਪਬਲਿਕ ਨੂੰ ਮਗਰ ਲਾਉਣ ਦੇ ਸਟੰਟਸ ਨੇ ਸਾਰੇ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦੀ ਬੇਬਾਕ ਰਾਏ ਰੱਖੀ, ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਥੈਂਕ ਯੂ। ਇਹ ਸੀ ਡਾਕਟਰ ਰਾਣੋ, ਤੇ ਵਾਕਈ ਕਾਂਗਰਸ ਬਾਰੇ ਕਹਿੰਦੇ ਕਿ ਆਪਦੀ ਪੀੜ੍ਹੀ ਦੇ ਹੇਠਾਂ ਵੀ ਸੋਟਾ ਮਾਰ ਕੇ ਦੇਖ ਲੈਣਾ ਚਾਹੀਦਾ ਪਹਿਲਾਂ। ਖੈਰ, ਇਹ ਸੀ ਉਹਨਾਂ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਰੱਖ ਕੇ ਨਜ਼ਰੀਆ ਪਿੰਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।